ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਮਾਨਵਵਾਦ ਲੈ ਕੇ ਹਾਜ਼ਰ ਹਾਂ ਜੀ। ਸਾਡੇ ਨਾਲ ਮੌਜੂਦ ਨੇ ਨਾਨਕ ਮਿਸ਼ਨ ਦੇ ਪ੍ਰਧਾਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਰਿਟਾਇਰ ਇਕਬਾਲ ਸਿੰਘ ਢਿੱਲੋਂ, ਜੋ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮਾਨਵਵਾਦ ਆ ਉਹਦੇ ਅਧਿਐਨ ਕਰਦੇ ਆ ਰਹੇ ਤੇ ਕੁਝ ਪੁਸਤਕਾਂ ਵੀ ਲਿਖੀਆਂ ਤੇ ਹੁਣ ਉਹ ਜਿਹੜਾ ਮਾਨਵਵਾਦ ਦਾ ਪ੍ਰਚਾਰ ਕਰ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅਸਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਇਹ ਮਾਨਵਵਾਦ ਸ਼ਬਦ ਆ ਇਹਦੀ ਉਤਪਤੀ ਕਿੱਥੋਂ ਹੋਈ ਤੇ ਇਹ ਹੋਂਦ ਵਿੱਚ ਕਿਵੇਂ ਆਇਆ? ਅਸਲ ਵਿੱਚ ਇਹ ਸ਼ਬਦ ਅੰਗਰੇਜ਼ੀ ਦਾ ਸ਼ਬਦ ਹਿਊਮਨਿਜ਼ਮ, ਉਸ ਦੀ ਪੰਜਾਬੀ ਜਾਂ ਹਿੰਦੀ ਟਰਾਂਸਲੇਸ਼ਨ ਹੈ। ਇਹ ਜਿਹੜਾ ਹਿਊਮਨਿਜ਼ਮ ਹੈ ਇਹ ਵੀ 19ਵੀਂ ਸਦੀ ਵਿੱਚ ਹੀ ਬਣਿਆ ਅੰਗਰੇਜ਼ੀ ਦਾ ਸ਼ਬਦ। ਉਸ ਤੋਂ ਪਹਿਲਾਂ ਇਹਦੀ ਜਗ੍ਹਾ ਹਿਊਮੈਨਿਟਸ ਸ਼ਬਦ ਹੋਰ ਹੁੰਦਾ ਸੀ, ਉਹ ਰੋਮਨ ਦਾ ਲੈਟਿਨ ਭਾਸ਼ਾ ਦਾ ਸ਼ਬਦ ਸੀ। ਤੋ ਮਾਨਵ ਜਿਹੜਾ ਸ਼ਬਦ ਹੈ ਇਹ ਬੜਾ ਮੇਰੇ ਖਿਆਲ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਜਿਹੜੀ ਮਨੁੱਖ ਹੈ ਤੇ ਇਹ ਮਾਨਵ, ਉਸ ਨੂੰ ਆਪਾਂ ਕਹਿੰਦੇ ਆ, ਮਾਨਸ ਵੀ ਕਹਿੰਦੇ ਰਹੇ ਆ ਪੁਰਾਣੀਆਂ ਵੇਲਿਆਂ ਸਮਿਆਂ ਦੇ ਵਿੱਚ ਭਾਰਤੀ ਭਾਸ਼ਾਵਾਂ ਦੇ ਵਿੱਚ। ਪਰ ਜਦੋਂ ਹਿਊਮਨਿਜ਼ਮ ਦੀ ਟਰਾਂਸਲੇਸ਼ਨ ਕੀਤੀ ਗਈ ਤੇ ਉਹਦਾ ਤਰਜਮਾ ਕੀਤਾ ਗਿਆ ਤੇ ਉਹਦੇ ਵਾਸਤੇ ਸ਼ਬਦ ਮਾਨਵ ਹੀ ਵਰਤਿਆ ਗਿਆ ਹੈ। ਤੋ ਮਾਨਵ ਆਪਾਂ ਸਮਝਦੇ ਹਾਂ ਕਿ ਜਿਹੜਾ ਧਰਤੀ ਹੈ ਇਹਦੇ ਉੱਤੇ ਬਹੁਤ ਸਾਰੀਆਂ ਜੀਵਾਂ ਦੀਆਂ ਪ੍ਰਜਾਤੀਆਂ ਹੈ। ਤੇ ਜੇ ਅਸੀਂ ਮਾਨਵ ਦਾ ਪੁਰਾਣਾ ਇਤਿਹਾਸ ਦੇਖੀਏ ਤੇ ਅਸੀਂ ਚੱਲਦੇ ਲੱਖਾਂ ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਮਾਨਵ ਜਾਤੀ ਵੀ ਇੱਕ ਪਸ਼ੂ ਜਾਤੀ ਹੁੰਦੀ ਸੀ ਤੇ ਪਸ਼ੂਆਂ ਵਾਂਗ ਹੀ ਮਨੁੱਖ ਰਹਿੰਦਾ ਸੀ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਕੁੰਦਰਾਂ ਦੇ ਵਿੱਚ। ਤੇ ਹੌਲੀ ਹੌਲੀ ਉਹਦਾ ਵਿਕਾਸ ਹੋਇਆ, ਸਮਾਜ ਬਣਿਆ ਤੇ ਫਿਰ ਉਹਦੇ ਵਿੱਚ ਉਹਨੇ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਤੇ ਉਹਨੇ ਜਿਹੜਾ ਹੈ ਆਪਣੀ ਇੱਕ ਸੁਸਾਇਟੀ, ਸਮਾਜ ਬਣਾਇਆ। ਤੇ ਉਸ ਤੋਂ ਬਾਅਦ ਜਿਹੜੀ ਮਨੁੱਖ ਦਾ ਇਤਿਹਾਸ ਸ਼ੁਰੂ ਹੋਇਆ। ਇਹ ਜਿਹੜਾ ਅਜੋਕਾ ਇਤਿਹਾਸ ਹੈ ਮਨੁੱਖ ਦਾ, ਇਹ ਤਕਰੀਬਨ ਕੋਈ 10,000 ਸਾਲ ਪਹਿਲਾਂ ਦਾ, ਜਦੋਂ ਤੋਂ ਖੇਤੀ ਆਉਣੀ ਸ਼ੁਰੂ ਹੋਈ ਹੈ। ਉਦੋਂ ਬਾਅਦ ਫਿਰ ਸੈਮੀ ਸਿਵਲਾਈਜ਼ ਹੋਇਆ, ਸਭਿਅਤਾਵਾਂ ਪੈਦਾ ਹੋਈਆਂ। ਫਿਰ ਉਸ ਤੋਂ ਅੱਗੇ ਚੱਲਦੇ ਇਤਿਹਾਸ ਬਣਿਆ ਧਰਤੀ ਦੇ ਉੱਤੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ। ਤੋ ਮਾਨਵ ਜੋ ਮਨੁੱਖ ਹੈ, ਪ੍ਰਜਾਤੀ ਹੈ, ਇਹਦੇ ਵਿੱਚ ਬੜੀਆਂ ਜ਼ਿਆਦਾ ਤਬਦੀਲੀਆਂ ਆ ਗਈਆਂ ਦੂਜੀਆਂ ਪ੍ਰਜਾਤੀਆਂ ਨੂੰ ਦੇਖ ਕੇ। ਉਹਦੇ ਨਾਲ ਇੱਕ ਪ੍ਰੋਗਰੈਸ, ਜਿਸ ਨੂੰ ਅਸੀਂ ਕਹਿੰਦੇ ਕਿ ਉੱਨਤੀ ਵੀ ਹੋਈ ਹੈ, ਪ੍ਰਗਤੀ ਹੋਈ ਹੈ, ਵਿਕਾਸ ਹੋਇਆ ਮਨੁੱਖ ਪ੍ਰਜਾਤੀ ਦਾ। ਪਰ ਨਾਲ ਉਹਦੀਆਂ ਸਮੱਸਿਆਵਾਂ ਵੀ ਬਹੁਤ ਪੈਦਾ ਹੋਈਆਂ। ਤੇ ਉਹਨਾਂ ਸਮੱਸਿਆਵਾਂ ਦੇ ਵਿੱਚ ਜਾਂ ਉਸਦੀ ਇੱਕ ਸਮਾਜਿਕ ਜੀਵਨ ਦਾ ਪਹਿਲੂ ਇੱਕ ਸੀਗਾ ਧਰਮ, ਮਜ਼ਹਬ। ਇਹ ਤਕਰੀਬਨ 7,000 ਸਾਲ ਪਹਿਲਾਂ ਮਜ਼ਹਬ ਪੈਦਾ ਹੋ ਗਏ ਸੀ। ਤੇ ਮਜ਼ਹਬ ਨੇ, ਅਸੀਂ ਤਾਂ ਇਹੀ ਸਦਾ ਸੋਚਿਆ ਹੈਗਾ ਜਾਂ ਸਾਨੂੰ ਸਿਖਾਇਆ ਗਿਆ ਕਿ ਮਜ਼ਹਬ ਸਾਡੇ ਭਲੇ ਵਾਸਤੇ, ਸਾਡੀ ਚੰਗਿਆਈ ਵਾਸਤੇ, ਸਾਡੇ ਫਾਇਦੇ ਵਾਸਤੇ ਇਹ ਬਣਾਇਆ ਗਿਆ ਸੀ ਜਾਂ ਬਣਿਆ ਸੀ। ਪਰ ਜਦੋਂ ਅਸੀਂ ਇਤਿਹਾਸ ਪਿਛਲਾ ਖੋਜਦੇ ਹਾਂ, ਦੇਖਦੇ ਹਾਂ, ਤੇ ਅਸੀਂ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਧਰਮ, ਮਜ਼ਹਬ ਕਰਕੇ ਸਾਡੀਆਂ ਸਮੱਸਿਆਵਾਂ ਵੀ ਪੈਦਾ ਹੋਈਆਂ ਨੇ। ਤੇ ਇਹ 20ਵੀਂ ਸਦੀ ਦੇ ਵਿੱਚ ਆ ਕੇ ਜੋ ਸਾਰੀ ਦੁਨੀਆ ਦੇ ਜਿਹੜੇ ਪ੍ਰੋਮੀਨੈਂਟ, ਜਿਹੜੇ ਪ੍ਰਮੁੱਖ ਵਿਅਕਤੀ ਸਨ, ਭਾਵੇਂ ਸਾਇੰਸਦਾਨ ਸਨ, ਭਾਵੇਂ ਲਿਖਾਰੀ ਸਨ, ਭਾਵੇਂ ਕਲਾਕਾਰ ਸਨ, ਭਾਵੇਂ ਚਿੰਤਕ ਸਨ, ਬੁੱਧੀਜੀਵੀ ਸਨ, ਉਹਨਾਂ ਸਾਰਿਆਂ ਨੇ ਮਿਲ ਕੇ ਇਹ ਸਲਾਹ ਕੀਤੀ ਵੀ ਆਪਾਂ ਕੋਈ ਐਸਾ ਫਲਸਫਾ ਬਣਾਈਏ, ਐਸਾ ਇੱਕ ਢੰਗ ਬਣਾਈਏ, ਤਰੀਕਾ ਲੱਭੀਏ ਕਿ ਜਿਹੜੀ ਮਨੁੱਖ ਜਾਤੀ ਨੂੰ ਜਿਹੜੀ ਸਮੱਸਿਆਵਾਂ ਨੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਏ, ਸਰਬ ਸਾਂਝਾ ਹੱਲ ਕੱਢਿਆ ਜਾਏ। ਖਾਸ ਕਰਕੇ ਜਦੋਂ ਸੰਸਾਰ ਯੁੱਧ ਹੋਏ, ਵਰਲਡ ਵਾਰ ਹੋਈਆਂ, ਉਸ ਵੇਲੇ ਫਿਰ ਇਹ ਲੋਕ ਜਿਹੜੇ ਸੀ, ਇਹ ਬੁੱਧੀਜੀਵੀ ਜਿਹੜੇ ਆਗੂ ਸੀ ਸਾਰੇ ਸੰਸਾਰ ਦੀਆਂ ਅਲੱਗ-ਅਲੱਗ ਧਾਰਾਵਾਂ ਦੇ, ਉਹਨਾਂ ਨੇ ਸੋਚ ਕੇ ਬੈਠ ਕੇ ਤੇ ਸਲਾਹ ਕੀਤੀ। ਐਮਸਟਰਡਮ, ਹਾਲੈਂਡ ਦੇ ਵਿੱਚ ਇੱਕ ਜਗ੍ਹਾ ਹੈਗੀ ਆ, ਉੱਥੇ ਉਹਨਾਂ ਨੇ ਕਾਨਫਰੰਸ ਕੀਤੀ ਤੇ ਔਰ ਉੱਥੇ ਉਹਨਾਂ ਨੇ ਇੱਕ ਫਲਸਫਾ ਘੜਿਆ, ਉਹਨੂੰ ਹਿਊਮਨਿਜ਼ਮ ਦਾ ਨਾਮ ਦਿੱਤਾ। ਔਰ ਹਿਊਮਨਿਜ਼ਮ ਦੇ ਵਿੱਚ ਇਹ ਆ ਗਿਆ ਕਿ ਹਿਊਮਨ, ਮਨੁੱਖ ਦੇ ਹਿੱਤਾਂ ਵਾਸਤੇ, ਮਨੁੱਖ ਦੇ ਸਰੋਕਾਰਾਂ ਵਾਸਤੇ ਕੋਈ ਐਸਾ ਢੰਗ, ਤਰੀਕਾ ਸਰਬ ਸਾਂਝਾ, ਕਿਉਂਕਿ ਹੌਲੀ 20ਵੀਂ ਸਦੀ 'ਚ ਆ ਕੇ ਇਹ ਹੋਇਆ ਕਿ ਵੀ ਸਾਰੀ ਮਨੁੱਖ ਜਾਤੀ ਸਾਰੇ ਸੰਸਾਰ 'ਚ ਇੱਕ ਪਰਿਵਾਰ ਵਾਂਗ ਹੋ ਗਈ ਹੈ, ਕਿ ਸਾਰਾ ਸੰਸਾਰ ਇੱਕ ਪਿੰਡ, ਗਲੋਬਲ ਵਿਲੇਜ ਬਣ ਗਿਆ। ਤੇ ਇਹਨਾਂ ਸਾਰੀਆਂ ਮਨੁੱਖ ਦੀਆਂ ਸਮੱਸਿਆਵਾਂ ਇਹ ਵੀ ਰਲ ਮਿਲ ਕੇ ਹੀ ਕੱਢੀਆਂ ਜਾਣਗੀਆਂ, ਇਹਦਾ ਹੱਲ ਕੱਢਿਆ ਜਾਏਗਾ। ਤਾਂ ਉਹ ਹੱਲ ਉਹਨਾਂ ਨੇ ਕੱਢਿਆ ਮਾਨਵਵਾਦ ਦਾ ਫਲਸਫਾ। ਤੇ ਮਾਨਵ ਨੂੰ ਪ੍ਰਮੁੱਖ ਕਰ ਲਿਆ ਗਿਆ। ਇਹ ਦੇਖਿਆ ਗਿਆ ਸਾਰੇ ਸੰਸਾਰ ਦੇ ਬੁੱਧੀਜੀਵੀਆਂ, ਚਿੰਤਕਾਂ ਨੇ ਵੀ ਮਾਨਵ ਜਿਹੜਾ ਹੈ ਉਸ ਦੀ ਬਾਰੇ ਸਾਨੂੰ ਸੋਚਣ ਦੀ ਲੋੜ ਹੈ। ਤੇ ਇਸ ਕਰਕੇ ਇਹ ਮਾਨਵ ਉਹਨਾਂ ਵਾਸਤੇ ਸ਼ਬਦ ਜ਼ਿਆਦਾ ਉਹਨਾਂ ਨੂੰ ਠੀਕ ਲੱਗਿਆ। ਤੇ ਹਿਊਮਨਿਜ਼ਮ ਉਸਨੇ ਇੱਕ ਅੰਗਰੇਜ਼ੀ ਦਾ ਸ਼ਬਦ ਬਣਾਇਆ ਕਿ ਇਹ ਫਲਸਫਾ ਐਸਾ ਫਲਸਫਾ ਜਿਹੜਾ ਸਾਰੀ ਮਨੁੱਖ ਜਾਤੀ ਵਾਸਤੇ ਬਹੁਤ ਹੀ ਕਾਰਗਰ, ਬਹੁਤ ਹੀ ਲੋੜੀਂਦਾ ਤੇ ਬਹੁਤ ਚੰਗਾ ਫਲਸਫਾ ਬਣੇ, ਜਿਹਦੇ ਨਾਲ ਕਿ ਸਮੱਸਿਆਵਾਂ ਦਾ ਹੱਲ, ਸਾਂਝੀਆਂ ਸਮੱਸਿਆਵਾਂ ਦਾ ਹੱਲ ਹੋਵੇ। ਹੁਣ ਆ ਗਈ ਗੱਲ ਵਾਦ ਦੀ।
ਹੁਣ ਬਾਦ ਜਿਹੜਾ ਹੈ ਨਾ, ਖਾਸ ਕਰਕੇ ਇਹ ਧਾਰਮਿਕ ਜਿਹੜੇ ਵਿਰਤੀ ਦੇ ਲੋਕ ਨੇ, ਉਹਨਾਂ ਨੇ ਇਹਦੇ ਖਿਲਾਫ ਜਿਹੜਾ ਹੈ ਨਾ, ਜਿਹੜੀ ਇਹ ਭਾਵਨਾ ਤੁਸੀਂ ਪ੍ਰਗਟ ਕੀਤੀ ਹੈ ਕਿ ਇਹਦੇ ਬਾਰੇ ਕਈ ਲੋਕਾਂ ਨੂੰ ਇਤਰਾਜ਼ ਹੋ ਜਾਂਦਾ ਹੈ ਵੀ ਇਹ ਵਾਦ ਹੈ, ਤੇ ਵਾਦ ਵਾਲੇ ਜਿਹੜੀ ਸਾਰੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਉਹ ਨੁਕਸਾਨਦੇਹ ਹੁੰਦੀਆਂ ਜਾਂ ਖਤਰਨਾਕ ਹੋ ਸਕਦੀਆਂ। ਅਸਲ 'ਚ ਵਾਦ ਸ਼ਬਦ ਜਿਹੜਾ ਨੇ ਇਹ ਆਪਣੇ ਆਪ 'ਚ ਇਹਦੇ ਜਿਹੜੇ ਅਲੱਗ ਮੀਨਿੰਗ ਹੈਗੇ। ਇੱਕ ਤਾਂ ਹੁੰਦਾ ਵਾਦ ਵਿਵਾਦ, ਕਈ ਧਰਮਾਂ ਦੇ ਵਿੱਚ ਚੱਲ ਰਿਹਾ, ਕਈ ਹੋਰ ਗੱਲਾਂ ਨੂੰ ਜਿਹੜਾ ਲੈ ਕੇ ਵਾਦ ਵਿਵਾਦ ਚੱਲ ਰਿਹਾ। ਉਹ ਵਾਦ ਵਿਵਾਦ ਵਾਲੀ ਜਿਹੜੀ ਗੱਲ ਵਾਦ ਦੀ ਹੈ ਨਾ, ਉਹ ਅਲੱਗ ਚੀਜ਼ ਹੈ, ਉਹ ਮੀਨਿੰਗ ਅਲੱਗ ਹੈ, ਕਿਉਂਕਿ ਕਈ ਸ਼ਬਦਾਂ ਦੇ ਕਈ ਅਲੱਗ-ਅਲੱਗ ਅਰਥ ਹੁੰਦੇ ਨੇ, ਤੇ ਉਹ ਸਾਨੂੰ ਦੇਖਣਾ ਪੈਂਦਾ ਵੀ ਕਿਹੜੇ ਸੰਦਰਭ ਦੇ ਵਿੱਚ ਕਿਹੜਾ ਅਰਥ ਲਾਗੂ ਹੋਏਗਾ। ਤੇ ਉਹ ਜਿਹੜਾ ਵਾਦ ਵਿਵਾਦ ਵਾਲਾ ਹੈਗਾ ਵੀ ਜਿਹਦੇ ਉੱਤੇ ਝਗੜਾ ਹੋ ਸਕਦਾ, ਜਿਹਦੇ ਵਿੱਚ ਆਪਸ ਵਿੱਚ ਤਲਖੀ ਪੈਦਾ ਹੋ ਸਕਦੀ, ਜਿਹਦੇ ਵਿੱਚ ਆਪਸ ਵਿੱਚ ਜਿਹੜੀ ਖਿੱਚੋਤਾਣ ਟੈਨਸ਼ਨ ਪੈਦਾ ਹੋ ਸਕਦੀ ਹੈ, ਉਹ ਤਾਂ ਹੋ ਗਿਆ ਵਾਦ ਵਿਵਾਦ ਵਾਲਾ ਵਿਸ਼ਾ। ਇਹ ਜਿਹੜਾ ਵਾਦ ਹੈ ਇਹ ਉਹ ਨਹੀਂ ਹੈ, ਇਹ ਉਹ ਤੋਂ ਅਲੱਗ ਹੈ। ਇਹ ਟਰਾਂਸਲੇਸ਼ਨ ਕਿਹਦੀ ਹੈਗੀ? ਇਜ਼ਮ ਦੀ, ਕਿ ਕੋਈ ਵੀ ਸਮੱਸਿਆ ਹੈ, ਕੋਈ ਵੀ ਵਿਚਾਰ ਹੈ, ਉਹਦੇ ਉੱਤੇ ਵਿਚਾਰਧਾਰਾ ਬਣਦੀ ਹੈ, ਜਿਹੜੇ ਉਹਦੇ ਵਾਸਤੇ ਇੱਕ ਫਲਸਫਾ ਤਿਆਰ ਕੀਤਾ ਜਾਂਦਾ ਹੈ, ਇੱਕ ਜਿਹੜੀ ਉਹਦੇ ਵਿੱਚ ਸੇਧ ਤਿਆਰ ਕੀਤੀ ਜਾਂਦੀ ਹੈ, ਉਸ ਨੂੰ ਅੰਗਰੇਜ਼ੀ ਵਿੱਚ ਇਜ਼ਮ ਨਾਮ ਦੇ ਦਿੱਤਾ ਜਾਂਦਾ। ਜਿੱਦਾਂ ਕਮਿਊਨਿਜ਼ਮ, ਪੈਸਿਮਿਜ਼ਮ, ਆਪਟਿਮਿਜ਼ਮ, ਇਜ਼ਮ ਦੀ ਜਿਹੜੀ ਟਰਾਂਸਲੇਸ਼ਨ ਉਹ ਵੀ ਵਾਦ ਬਣੀ ਹੈ। ਸੋ ਇਹ ਜਿਹੜਾ ਹਿਊਮਨਿਜ਼ਮ ਦੇ ਨਾਲ ਹੈ, ਜਿੱਦਾਂ ਕਮਿਊਨਿਜ਼ਮ ਦੇ ਨਾਲ ਹੈ, ਜਾਂ ਇਹੋ ਜਿਹੀਆਂ ਚੀਜ਼ਾਂ ਨਾਲ ਇਜ਼ਮ ਜਿਹੜਾ ਸ਼ਬਦ ਆਉਂਦਾ, ਉਹਨੂੰ ਅਸੀਂ ਭਾਰਤੀ ਭਾਸ਼ਾਵਾਂ ਦੇ ਵਿੱਚ ਟਰਾਂਸਲੇਸ਼ਨ ਵਾਦ ਕੀਤੀ ਹੈ। ਇਹਦਾ ਵਾਦ ਵਿਵਾਦ ਨਾਲ ਨਹੀਂ ਹੈ ਮਤਲਬ। ਤੇ ਉਹ ਜਿਹੜੇ ਧਾਰਮਿਕ ਲੋਕ ਸੀ ਨਾ, ਅਸਲ 'ਚ ਧਾਰਮਿਕ ਲੋਕਾਂ ਨੂੰ ਜ਼ਿਆਦਾ ਤਕਲੀਫ ਹੋ ਗਈ ਕਮਿਊਨਿਜ਼ਮ ਦੀ, ਲੈਫਟਿਸਟਾਂ ਦਾ ਜਿਹੜੀ ਵਿਚਾਰਧਾਰਾ, ਉਹਨਾਂ ਨੇ ਫਿਰ ਸਮਝਿਆ ਵੀ ਇਹ ਜਿਹੜਾ ਵਾਦ ਵਾਲੀ ਗੱਲ ਹੈ ਨਾ, ਸਾਰੀ ਖਤਰਨਾਕ ਹੀ ਹੁੰਦੀ ਹੈ। ਇਹ ਸਿਰਫ ਇਜ਼ਮ, ਜਿਹੜਾ ਇੰਗਲਿਸ਼ ਦਾ ਇਜ਼ਮ ਹੈਗਾ, ਜਿੱਦਾਂ ਹਿਊਮਨਿਜ਼ਮ, ਕਮਿਊਨਿਜ਼ਮ, ਹਾਂਜੀ, ਨੈਸ਼ਨਲਿਜ਼ਮ, ਸੋ ਨੈਸ਼ਨਲਿਜ਼ਮ, ਤਾਂ ਜਿਹੜਾ ਇਜ਼ਮ ਹੈ ਨਾ, ਇਹ ਉਹਦੀ ਟਰਾਂਸਲੇਸ਼ਨ ਆ, ਇਹਦਾ ਉਹ ਵਾਦ ਵਿਵਾਦ ਵਾਲੀ ਨਾਲ ਗੱਲ ਨਹੀਂ ਹੈਗੀ। ਇਹ ਪੋਜ਼ਿਟਿਵ ਹੈ। ਇੱਥੇ ਜਿਹੜਾ ਇਜ਼ਮ ਹੁੰਦਾ ਹੈ ਇਹ ਪੋਜ਼ਿਟਿਵ ਚੀਜ਼ ਹੁੰਦੀ ਹੈ ਵੀ ਕੋਈ ਵੀ ਵਿਚਾਰਧਾਰਾ, ਕੋਈ ਸਾਡੇ ਜਿਹੜੇ ਵਿਚਾਰ ਹੈ, ਨੁਕਤਿਆਂ ਦੀ ਇੱਕ ਅਸੀਂ ਸੀਕੁਐਂਸ ਬਣਾ ਲੈਂਦੇ ਹਾਂ, ਉਹਨੂੰ ਅਸੀਂ ਇਜ਼ਮ ਕਹਿ ਦਿੰਦੇ ਹਾਂ, ਜਾਂ ਉਹਨੂੰ ਅਸੀਂ ਟਰਾਂਸਲੇਸ਼ਨ ਕਰਕੇ ਵਾਦ ਕਹਿ ਦਿੰਦੇ ਹਾਂ। ਸੋ ਮਾਨਵਵਾਦ ਜਿਹੜੀ ਇੱਕ ਪੋਜ਼ਿਟਿਵ, ਇੱਕ ਚੰਗੀ ਵਿਚਾਰਧਾਰਾ, ਇਹਦਾ ਨਿਸ਼ਾਨਾ ਹੀ ਇਹ ਹੈਗਾ ਕਿ ਮਨੁੱਖ ਦੀ ਬਿਹਤਰੀ, ਮਨੁੱਖ ਦੇ ਜਿਹੜੇ ਸਰੋਕਾਰ ਹੈ ਜਾਂ ਮਨੁੱਖਤਾ ਦੀ ਭਲਾਈ ਹੈ, ਉਹ ਕਿਵੇਂ ਕੀਤੀ ਜਾ ਸਕਦੀ। ਡਾਕਟਰ ਸਾਹਿਬ ਇਹ ਦੱਸੋ ਵੀ ਜਿਹੜੀ ਮਾਨਵਵਾਦ ਦੀ ਜਿਹੜੀ ਵਿਚਾਰਧਾਰਾ ਦੀ ਪਰਿਭਾਸ਼ਾ ਕੀ ਹੈ, ਉਹ ਦੱਸੋ ਦਰਸ਼ਕਾਂ ਨੂੰ। ਕਿ ਮਾਨਵਵਾਦ ਧਰਮ, ਮਜ਼ਹਬ, ਰਿਲੀਜਨ ਨੂੰ ਕੋਈ ਮਾਨਤਾ ਨਹੀਂ ਦਿੰਦਾ ਹੈ। ਇਹ ਉਹਨਾਂ ਤੋਂ ਉੱਪਰ ਉੱਠ ਕੇ ਜੇ ਕੋਈ ਮਨੁੱਖ ਦੇ ਬਾਰੇ ਉਹਨੇ ਸੋਚਣਾ ਤਾਂ ਉਹਨੇ ਇਹ ਨਹੀਂ ਸੋਚਣਾ ਇਹਦਾ ਧਰਮ ਕੀ ਹੈ ਤੇ ਮਜ਼ਹਬ ਕੀ ਹੈ। ਜੇ ਕਿਸੇ ਦੀ ਭਲਾਈ ਕਰਨੀ ਤੇ ਕਰਨੀ ਹੈ। ਜੇ ਫਰਜ਼ ਕਰੋ ਡਾਕਟਰ ਹੈਗਾ, ਉਹਦੇ ਕੋਲ ਅਸੀਂ ਜਾਂਦੇ ਹਾਂ, ਉਹ ਇਹ ਨਹੀਂ ਦੇਖੂਗਾ ਵੀ ਇਹ ਬੰਦਾ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਕੁਛ, ਨਾ ਉਹ ਪੁੱਛੂਗਾ, ਨਾ ਉਹਨੂੰ ਇਹਦੇ ਨਾਲ ਕੋਈ ਸੰਬੰਧ ਹੈਗੇ। ਇੱਦਾਂ ਹੀ ਮਾਨਵਵਾਦ ਜਿਹੜਾ ਇੱਕ ਫਲਸਫਾ ਹੈ, ਇਹ ਧਰਮ ਨਿਰਲੇਪ ਹੈ। ਜੇ ਇਹਨੇ ਭਲਾਈ ਦੀ ਗੱਲ ਕਰਨੀ ਤਾਂ ਸਭ ਦੀ ਭਲਾਈ ਦੀ ਗੱਲ ਕਰਨੀ, ਇਹਨੇ ਧਰਮ ਮਜ਼ਹਬ ਨੂੰ ਕੋਈ ਜਿਹੜੀ ਕੰਸੀਡਰੇਸ਼ਨ ਹੈ ਉਹਦੇ ਬਾਰੇ ਸੋਚਣਾ ਹੀ ਨਹੀਂ ਹੈਗਾ। ਅੱਛਾ, ਦੂਸਰੇ ਨੰਬਰ ਦੇ ਉੱਤੇ ਜਾਂ ਕੱਟੜਤਾ ਹੈਗੀ ਹੈ ਜਾਂ ਧਾਰਮਿਕ ਹੱਠ ਧਰਮੀ ਹੈ, ਤੇ ਉਹਨੂੰ ਕੋਈ ਮਾਨਤਾ ਨਹੀਂ ਦਿੰਦਾ ਹੈ। ਤੋ ਇਹ ਜਿਹੜਾ ਹੈ ਕਰਾਮਾਤੀ ਵਰਤਾਰਾ, ਜਿਹੜਾ ਅਨਨੈਚੁਰਲ, ਜਿਹੜੇ ਗੈਰ ਕੁਦਰਤੀ ਵਰਤਾਰਾ, ਉਹਨੂੰ ਕੋਈ ਮਾਨਤਾ ਨਹੀਂ ਦਿੰਦਾ। ਇਸ ਤੋਂ ਅੱਗੇ ਜਿਹੜਾ ਇੱਕ ਬਹੁਤ ਜ਼ਿਆਦਾ ਜਿਹੜੀ ਮਹੱਤਵਪੂਰਨ ਗੱਲ ਹੈ ਇਹਦੇ ਵਾਸਤੇ, ਜਿਹਦੀ ਆਪਾਂ ਥੋੜ੍ਹਾ ਜਿਹਾ ਰੈਫਰੈਂਸ ਪਹਿਲਾਂ ਵੀ ਦਿੱਤਾ ਹੈ, ਕਿ ਮਾਨਵਵਾਦ ਮਨੁੱਖ ਨੂੰ ਕੇਂਦਰ 'ਤੇ ਲੈ ਕੇ ਆਉਂਦਾ। ਜੋ ਵੀ ਅਸੀਂ ਸੋਚਣਾ, ਜੋ ਵੀ ਅਸੀਂ ਕਰਨਾ ਹੈ, ਉਹਦੇ ਵਿੱਚ ਸੈਂਟਰ ਦੇ ਉੱਤੇ, ਕੇਂਦਰ ਦੇ ਉੱਤੇ ਮਨੁੱਖ ਹੈ, ਹੋਰ ਕੋਈ ਚੀਜ਼ ਨਹੀਂ ਹੈ। ਜਿਹਨੇ ਧਰਮ ਨੇ ਉਹ ਤੁਹਾਨੂੰ ਕਹਿਣਗੇ ਜੀ ਰੱਬ ਹੈਗਾ, ਰੱਬ ਦੇ ਬਾਰੇ ਮਨੁੱਖ ਜੇ ਆਇਆ ਤਾਂ ਉਹਨੇ ਰੱਬ ਦੀ ਭਗਤੀ ਕਰਨੀ ਹੈ, ਤੇ ਰੱਬ ਦੇ ਕੋਲ ਜਾਣਾ, ਜਾਂ ਰੱਬ ਦੇ ਅੱਗੇ ਸਾਹਮਣੇ ਉਹਨੇ ਪੇਸ਼ ਹੋਣਾ। ਉਹ ਰੱਬ ਨੂੰ ਕੇਂਦਰ 'ਤੇ ਰੱਖਦੇ ਆ। ਮਾਨਵਵਾਦ ਜਿਹੜਾ ਪਹਿਲਾਂ ਵੀ ਆਪਾਂ ਗੱਲ ਕਰ ਰਹੀ ਕਿ ਧਰਮਾਂ ਨੂੰ ਤੇ ਕੋਈ ਮਹੱਤਤਾ ਹੀ ਨਹੀਂ ਦਿੰਦਾ। ਮਾਨਵਵਾਦ ਇਹ ਮਨੁੱਖ ਨੂੰ ਕੇਂਦਰ ਤੇ ਲਿਆਉਂਦਾ, ਕਿ ਉਹ ਕਹਿੰਦਾ ਵੀ ਹੋਰ ਕੋਈ ਚੀਜ਼ ਨਹੀਂ ਹੈਗੀ। ਇਸ ਧਰਤੀ ਦੇ ਉੱਤੇ ਆਓ, ਧਰਤੀ ਦੇ ਆਲੇ ਦੁਆਲੇ ਨਿਗਾਹ ਮਾਰੋ, ਧਰਤੀ ਤੇ ਤੁਹਾਨੂੰ ਪ੍ਰਜਾਤੀਆਂ ਨਜ਼ਰ ਆਉਂਦੀਆਂ, ਸਾਰੀਆਂ ਪ੍ਰਜਾਤੀਆਂ ਤੋਂ ਪ੍ਰਮੁੱਖ ਹੈ ਮਨੁੱਖ। ਫਿਰ ਉਹ ਮਨੁੱਖ ਦੇ ਬਾਰੇ ਮਾਨਵਵਾਦ ਦਾ ਬੜਾ ਪੋਜ਼ਿਟਿਵ, ਸਕਾਰਾਤਮਕ ਜਿਹੜਾ ਦ੍ਰਿਸ਼ਟੀਕੋਣ ਹੈ ਕਿ ਹਰ ਮਨੁੱਖ ਦੇ ਵਿੱਚ ਸਮਰੱਥਾ ਹੈ। ਉਹ ਸਮਰੱਥਾ ਜਿਹੜੀ ਬਾਕੀ ਪ੍ਰਜਾਤੀਆਂ ਕੋਲ ਨਹੀਂ ਹੈ। ਜੇ ਆਪਾਂ ਇਹ ਲਾਈਏ ਵੀ 1 ਲੱਖ ਸਾਲ ਪਹਿਲਾਂ ਮਨੁੱਖ ਜਿਹੜਾ ਜੰਗਲਾਂ ਦੇ ਵਿੱਚ ਪਸ਼ੂ ਪੰਛੀਆਂ ਵਾਂਗ ਹੀ ਰਹਿੰਦਾ ਸੀ, ਜਿੱਦਾਂ ਬੰਦਰ ਰਹਿੰਦੇ ਨੇ, ਇੱਦਾਂ ਮਨੁੱਖ ਵੀ ਇੱਦਾਂ ਹੀ ਰਹਿੰਦਾ ਸੀ ਇੱਕ ਪ੍ਰਜਾਤੀ ਦੇ ਤੌਰ ਤੇ। ਤੇ ਇਹਨੇ ਤਾਂ ਇੰਨੀ ਤਰੱਕੀ ਕਰ ਲਈ, ਤਰੱਕੀ ਕੀਤੀ ਇਸ ਦਿਮਾਗ ਦੇ ਸਿਰ ਤੇ। ਪਹਿਲਾਂ ਆਪਾਂ ਕਿਤਾਬਾਂ 'ਚ ਪੜ੍ਹਦੇ ਰਹੇ ਵੀ ਜਿਹੜਾ ਮਨੁੱਖ ਆ ਜੀ, ਉਹ ਆਪਣੇ ਜਿਹੜੇ ਤਨ ਤੇ ਕੱਪੜੇ ਨਹੀਂ ਸੀ ਉਹਨੂੰ ਹੁੰਦੇ, ਕੇਲਿਆਂ ਦੇ ਪੱਤੇ ਜਾਂ ਹੋਰ ਦਰਖਤਾਂ ਦੇ ਪੱਤੇ ਜਾਂ ਘਾਹ ਫੂਸ ਖਾ ਕੇ ਜਾਂ ਕੁਛ ਦਰਖਤਾਂ ਦੇ ਛਿੱਲ ਖਾ ਕੇ ਗੁਜ਼ਾਰਾ ਕਰਦਾ ਸੀਗਾ। ਵੀ ਮਨੁੱਖ ਨੇ ਬੜੀ ਜਿਹੜੀ ਕਦੀ ਉਹਨੂੰ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਸੀ, ਕੋਈ ਐਸਾ ਸਮਾਂ ਸੀਗਾ। ਤੇ ਪਰ ਮਨੁੱਖ ਨੇ ਤਰੱਕੀ ਕਰ ਲਈ ਆਪਣੇ ਦਿਮਾਗ ਦੇ ਸਿਰ ਤੇ। ਕੁਦਰਤ ਨੇ ਉਸਨੂੰ ਐਸਾ ਦਿਮਾਗ ਦਿੱਤਾ, ਦਿਮਾਗ ਉਹਦੀ ਕੀ ਹੋ ਗਈ, ਸਮਰੱਥਾ ਹੋ ਗਈ। ਉਹ ਅੱਜ ਵੀ ਸਾਡੇ ਕੋਲ ਹੈ। ਉਦੋਂ ਨਾਲ ਵੀ ਜਿਹੜਾ ਮਨੁੱਖ ਦਾ ਦਿਮਾਗ ਜਿਹੜਾ ਅੱਗੇ ਨਾਲ ਤਰੱਕੀ ਕਰ ਗਿਆ, ਉਹ ਦਿਮਾਗ ਦੇ ਸਿਰ ਤੇ ਹੀ ਉਹਨੇ ਹੋਰ ਬਹੁਤ ਸਾਰੀਆਂ ਫੈਸਿਲਿਟੀ, ਸਹੂਲਤਾਂ ਜਿਹੜੀਆਂ ਉਹ ਸਾਧਨ ਪੈਦਾ ਕਰ ਲਏ ਹੋਏ ਨੇ। ਇਹ ਆਪਾਂ ਬਹੁਤ ਘੱਟ ਸੋਚਦੇ ਹਾਂ, ਮਾਨਵਵਾਦ ਸੋਚਦਾ
ਕਿ ਮਨੁੱਖ ਦੇ ਵਿੱਚ ਦੂਜੀਆਂ ਪ੍ਰਜਾਤੀਆਂ ਦੇ ਮੁਕਾਬਲੇ ਤਾਂ ਬਹੁਤ ਭਾਰੀ ਸਮਰੱਥਾ ਹੈ, ਉਹਦੇ 'ਚ ਬੜੀ ਤਾਕਤ ਹੈ, ਉਹਦੇ 'ਚ ਬੜੇ ਗੁਣ ਹੈ, ਬੜੀ ਵੱਡੀ ਯੋਗਤਾ ਹੈ। ਦੂਸਰਾ ਪਹਿਲੂ ਇਹ ਹੈਗਾ ਇਸੇ ਗੱਲ ਦਾ ਮਨੁੱਖ ਦੇ ਬਾਰੇ ਕਿ ਉਹ ਯੋਗਤਾ ਨੂੰ ਚੰਗੇ ਢੰਗ ਪਾਸੇ ਯੂਜ਼ ਵੀ ਕੀਤਾ ਜਾ ਸਕਦਾ, ਵਰਤਿਆ ਜਾ ਸਕਦਾ। ਔਰ ਇਹ ਤੁਸੀਂ ਹੈਰਾਨ ਹੋਗੇ, ਇਹ ਗੱਲ ਸੋਚ ਕੇ ਆਪਾਂ ਕਦੇ ਸੋਚਦੇ ਨਹੀਂ ਹੈ ਕਿ ਭਲਾਈ ਵਾਲਾ ਕੰਮ ਸਿਰਫ ਮਨੁੱਖ ਹੀ ਕਰ ਸਕਦਾ, ਹੋਰ ਕੋਈ ਪ੍ਰਜਾਤੀ ਨਹੀਂ ਕਰ ਸਕਦੀ। ਮਨੁੱਖ ਨੇ ਜੇ ਭਲਾਈ, ਮਨੁੱਖ ਕੋਲ ਸਾਧਨ ਬਹੁਤ ਸਾਧਨ ਹੈਗੇ, ਉਹ 'ਚ ਸੋਚ ਵੀ ਹੈਗੀ ਹੈ। ਮਨੁੱਖ ਜਿਹੜੀ ਮੇਰੀ 'ਚ ਕਮੀ ਹੈ, ਜਿਹਦੀ ਮੈਨੂੰ ਲੋੜ ਹੈ, ਉਹ ਤੁਸੀਂ ਪੂਰੀ ਕਰ ਸਕਦੇ ਹੋ। ਜਿਹੜੀ ਤੁਹਾਡੀ ਲੋੜ ਹੈ, ਉਹ ਜਿਹੜੀ ਕਮੀ ਹੈ, ਉਹਨੂੰ ਮੈਂ ਪੂਰੀ ਕਰ ਸਕਦਾ। ਬਾਕੀ ਪਸ਼ੂ ਪੰਛੀ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ। ਤੇ ਇਹਦਾ ਮਤਲਬ ਸਾਡੇ ਕੋਲ ਤਾਂ ਬਹੁਤ ਵੱਡੀ ਤਾਕਤ ਹੈ। ਮੇਰੇ 'ਚ ਕੁਝ ਗੁਣ ਨੇ, ਕੁਝ ਕਮੀਆਂ ਨੇ, ਕੁਝ ਕੁਦਰਤ ਨੇ ਮੈਨੂੰ ਦਿੱਤੀਆਂ, ਕੁਝ ਅਸੀਂ ਮਿਹਨਤ ਕਰਕੇ ਪੈਦਾ ਕਰ ਲਏ ਗੁਣ। ਹੁਣ ਜੇ ਅਸੀਂ ਉਹਨਾਂ ਨੂੰ ਐਕਸਚੇਂਜ ਕਰਕੇ ਸਾਰੇ ਹੀ ਇੱਕ ਦੂਜੇ ਵਾਸਤੇ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿਆ ਜਿਹੜਾ ਸਾਡਾ ਸਮਾਜ ਜਾਂ ਸਾਡੀ ਧਰਤੀ ਉਹ ਸਵਰਗ ਬਣ ਜਾਏ। ਹੋਰ ਸਵਰਗ ਕਿੱਥੋਂ ਲੱਭਣਗੇ? ਸਵਰਗ ਬਣ ਸਕਦਾ। ਹੁਣ ਤਾਂ ਅਸੀਂ ਜਿਹੜੀ ਮਨੁੱਖ ਨੂੰ ਆਪੋ ਤਾਪੀ ਪਈ ਹੋਈ ਹੈ, ਅਸੀਂ ਇੱਕ ਦੂਜੇ ਦਾ ਨੁਕਸਾਨ ਕਰਦੇ ਹਾਂ, ਮੁਕਾਬਲਾਬਾਜ਼ੀ ਅਸੀਂ ਬਣਾਈ ਹੋਈ ਹੈ, ਇੱਕ ਦੂਜੇ ਦੇ ਪੂਰਕ ਬਣ ਜਾਈਏ। ਜੋ ਤੂੰ ਨਹੀਂ ਕਰ ਸਕਦਾ ਮੈਂ ਕਰਦਾ ਜੀ। ਜਿੱਦਾਂ ਅਸੀਂ ਕਿਸੇ ਧਾਰਮਿਕ ਸਥਾਨਾਂ 'ਤੇ ਜਾ ਕੇ ਉੱਥੇ ਬੜੀ ਇੱਕ ਦੂਜੇ ਦੀ ਅਸੀਂ ਹੈਲਪ ਕਰਦੇ ਹਾਂ, ਪਰ ਬਾਹਰ ਆ ਕੇ ਅਸੀਂ ਬਦਲ ਜਾਂਦੇ ਹਾਂ। ਅਸੀਂ ਬੜੀ ਕਿਉਰਿਓਸਿਟੀ ਦਿਖਾਉਂਦੇ ਹਾਂ। ਹਾਂਜੀ, ਨਹੀਂ ਜੀ ਮੈਂ ਕਰਦਾ ਜੀ, ਕੋਈ ਗੱਲ ਨਹੀਂ ਜੀ, ਆ ਬਰਤਨ ਮੈਂ ਸਾਫ਼ ਕਰਦਾ ਜੀ। ਤੇ ਆਪਣੇ ਘਰ ਜਾਂ ਬਾਹਰ ਅਸੀਂ ਕਦੀ ਬਰਤਨ ਨਹੀਂ ਸਾਫ਼ ਕਰਦੇ, ਅਸੀਂ ਉੱਥੇ ਸੈਲਫਿਸ਼ ਹੋ ਜਾਂਦੇ ਹਾਂ। ਪਰ ਉਹ ਜਿਹੜੀ ਭਾਵਨਾ ਇਹ ਇੱਕ ਦੂਜੇ ਦੇ ਕੰਮ ਆਉਣ ਦੀ, ਇਹ ਮਨੁੱਖ ਦੇ ਵਿੱਚ ਹੀ ਹੈਗੀ ਹੈ। ਇਹ ਮਤਲਬ ਮਾਨਵਵਾਦ ਦਾ ਇੱਕ ਜਿਹੜਾ ਬੇਸਿਕ ਪੁਆਇੰਟ ਹੈਗਾ ਕਿ ਤੁਸੀਂ ਸਮਰੱਥ ਹੋ ਔਰ ਤੁਸੀਂ ਇੱਕ ਦੂਜੇ ਦੀ ਭਲਾਈ ਵੀ ਕਰ ਸਕਦੇ ਹੋ, ਬਾਕੀ ਪ੍ਰਜਾਤੀ ਕੋਈ ਨਹੀਂ ਕਰ ਸਕਦੀ। ਫਿਰ ਹੈ ਕਿ ਜਿਹੜੀ ਭਲਾਈ ਹੈ, ਇਹਦੇ ਵਾਸਤੇ 3 ਪੈਮਾਨੇ ਹੈਗੇ ਨੇ। ਇੱਕ ਤਾਂ ਇਹਦਾ ਪੈਮਾਨਾ ਹੈ ਕਿ ਰੈਸ਼ਨਲਿਜ਼ਮ ਹੈ, ਰੀਜ਼ਨ, ਜਿਹੜੀ ਤੁਹਾਡੀ ਤਾਰਕਿਕ ਜਿਹੜਾ ਤਰਕ ਆਧਾਰਿਤ ਤੁਹਾਡਾ ਵਿਹਾਰ ਹੋਣਾ ਚਾਹੀਦਾ, ਤਾਂ ਤੁਸੀਂ ਕਰ ਸਕੋਗੇ, ਉਹਦਾ ਨਹੀਂ। ਜੇ ਤੁਸੀਂ ਕੋਈ ਕਰਾਮਾਤੇ ਜਾਂ ਧਾਰਮਿਕ ਵਿੱਚ ਉਹਦੇ ਵਿੱਚ ਫਸੇ ਹੋਏ ਹੋ, ਫਿਰ ਤੁਸੀਂ ਦੂਜਿਆਂ ਦੇ ਕੰਮ ਨਹੀਂ ਆ ਸਕਦੇ। ਫਿਰ ਤੁਸੀਂ ਆਪਣਾ ਸੋਚੋਗੇ, ਆਪਣੇ ਫਿਰਕੇ ਦਾ ਸੋਚੋਗੇ। ਪਰ ਜੇ ਤੁਸੀਂ ਉੱਥੋਂ ਆਜ਼ਾਦ ਹੈ, ਤਾਰਕਿਕ ਹੋ ਕੇ, ਰੈਸ਼ਨਲ ਹੋ ਕੇ, ਫਿਰ ਅਸੀਂ ਇੱਕ ਦੂਜੇ ਦੀ ਜਿਹੜੇ ਭਲਾਈ ਕਰ ਸਕਦੇ ਹਾਂ। ਦੂਸਰਾ ਹੈਗਾ ਕਿ ਨੈਤਿਕਤਾ ਤੇ ਸਾਡੇ ਅੰਦਰ ਇਹ ਭਾਵਨਾ ਹੋਵੇ ਵੀ ਮੈਂ ਦੂਜੇ ਦੇ ਕੰਮ ਆਉਣਾ। ਜੇ ਮੇਰੀ 'ਚ ਭਾਵਨਾ ਨਹੀਂ ਹੈਗੀ ਤਾਂ ਮੈਂ ਕਹੂੰਗਾ ਮੈਂ ਦੂਜੇ ਦੀ ਪਰਵਾਹ ਨਹੀਂ ਕਰੂੰਗਾ। ਪਰ ਜੇ ਮੈਂ ਆਪਣੀ ਡਿਊਟੀ ਬਣਾ ਲਈ ਹੋਈ ਹੈ ਕਿ ਜਿੰਨਾ ਕਿ ਮੇਰੇ ਸਵਾਸ ਹੈ, ਜਿੰਨਾ ਕਿ ਮੇਰੀ ਸਮਰੱਥਾ ਹੈ, ਮੈਂ ਦੂਜਿਆਂ ਦੇ ਕੰਮ ਆਉਣਾ। ਵੀ ਸਭ ਤੋਂ ਜ਼ਿਆਦਾ ਜੇ ਤੁਹਾਨੂੰ ਖੁਸ਼ੀ ਕਿਸੇ ਚੀਜ਼ 'ਚੋਂ ਮਿਲ ਸਕਦੀ ਹੈ, ਉਹ ਤੁਸੀਂ ਦੂਜੇ ਦਾ ਭਲਾ ਕਰਕੇ ਦੇਖੋ। ਭਲੇ ਦਾ ਮਤਲਬ ਡਾਕਟਰ ਸਾਹਿਬ ਬਹੁਤ ਸਾਰੇ ਐਸੇ ਸਮਾਜ ਦੇ ਵਿੱਚ ਲੋਕ ਨੇ, ਉਹ ਦੂਜੇ ਨੂੰ ਤੰਗ ਪਰੇਸ਼ਾਨ ਕਰਕੇ ਆਪਣੀ ਖੁਸ਼ੀ ਈਰਖਾ, ਦੁਸ਼ਮਣੀ ਤੇ ਮੁਕਾਬਲੇਬਾਜ਼ੀ ਦੇ ਨਾਲ ਅਸੀਂ ਦੂਜੇ ਦੀ ਲੱਤਾਂ ਖਿੱਚਣ ਜਾਂ ਦੂਜੇ ਨੂੰ ਤੰਗ ਕਰਕੇ ਖੁਸ਼ੀ ਲੈਂਦੇ ਹਾਂ। ਪਰ ਆਹ ਜਿਹੜਾ ਹੈਗਾ ਕਿ ਪੋਜ਼ਿਟਿਵਿਟੀ, ਨੈਤਿਕਤਾ ਦੇ ਆਧਾਰ ਤੇ ਅਸੀਂ ਇੱਕ ਦੂਜੇ ਦਾ ਭਲਾ ਕਰਦੇ ਹਾਂ। ਔਰ ਤੀਜਾ ਪੁਆਇੰਟ ਇਹਦੇ ਇਹ ਆਉਂਦਾ ਹੈਗਾ ਕਿ ਇਨਸਾਫ, ਕਿ ਅਸੀਂ ਇਨਸਾਫ ਪਸੰਦ ਬਣ ਕੇ ਚੱਲੀਏ। ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਦੀ ਬੁਰਾਈ ਨਹੀਂ ਕਰਨੀ, ਕਿਸੇ ਨੂੰ ਜਿਹੜੇ ਨਜਾਇਜ਼ ਤੰਗ ਨਹੀਂ ਕਰਨਾ। ਜਿਹਦਾ ਹੱਕ ਹੈ ਉਹ ਉਹਨੂੰ ਮਿਲੇ, ਉਹਨੂੰ ਇਨਸਾਫ ਮਿਲੇ। ਸੋ ਇਹਨਾਂ ਸਾਰੀਆਂ ਗੱਲਾਂ ਦੇ ਮਿਲਾ ਕੇ ਇਹ ਮਾਨਵਵਾਦ ਦੀ ਡੈਫੀਨੇਸ਼ਨ ਬਣਦੀ ਹੈ, ਪਰਿਭਾਸ਼ਾ ਬਣਦੀ ਹੈ। ਡਾਕਟਰ ਸਾਹਿਬ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜਾ ਮਾਨਵਵਾਦ ਦਾ ਫਲਸਫਾ ਹੈ, ਉਹਦੇ ਮੁੱਖ ਅੰਸ਼ ਕੀ ਹੈਗੇ ਨੇ? ਜਿਵੇਂ ਮੈਂ ਪਹਿਲਾਂ ਦੱਸਿਆ ਕਿ 20ਵੀਂ ਸਦੀ ਦੇ ਵਿੱਚ ਸੰਸਾਰ ਭਰ ਦੇ ਚਿੰਤਕਾਂ ਨੇ, ਬੁੱਧੀਮਾਨਾਂ ਨੇ ਮਿਲ ਕੇ ਇੱਕ ਸੰਸਥਾ ਬਣਾਈ, ਇੰਟਰਨੈਸ਼ਨਲ ਸੰਸਥਾ, ਹਾਲੈਂਡ ਦੇ ਵਿੱਚ, ਮਾਨਵਵਾਦ ਦੀ। ਔਰ ਉਸ ਨੂੰ ਫਿਰ ਮਾਨਤਾ ਵੀ ਪ੍ਰਾਪਤ ਹੋਈ, UNO ਤੱਕ UNO ਬਣ ਗਈ ਹੋਈ ਸੀਗੀ, ਤੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਤੇ ਉਹ ਉੱਥੋਂ ਉਹਨੂੰ ਮਾਨਤਾ ਪ੍ਰਾਪਤ ਹੋਈ। ਪਰ ਉਹਨਾਂ ਨੇ ਨਾਲ ਹੀ ਇੱਕ 1952 ਦੇ ਵਿੱਚ ਇੱਕ ਕਾਨਫਰੰਸ ਕਰਕੇ, ਅੰਤਰਰਾਸ਼ਟਰੀ ਕਾਨਫਰੰਸ ਕਰਕੇ, ਤੇ ਇੱਕ ਡੈਕਲੇਰੇਸ਼ਨ ਬਣਾਈ, ਘੋਸ਼ਣਾ ਪੱਤਰ ਤਿਆਰ ਕੀਤਾ ਕਿ ਮਾਨਵਵਾਦ ਦਾ ਜਿਹੜਾ ਟੋਟਲ ਪਲਾਨ ਕੀ ਹੈਗੇ, ਜਿਹੜਾ ਉਹਦਾ ਰੋਡ ਮੈਪ ਕੀ ਹੈਗਾ, ਜਾਂ ਉਹਦਾ ਹੈਗਾ ਮੈਨੀਫੈਸਟੋ ਕੀ ਹੈਗਾ। ਉਹ ਉਹਨਾਂ ਨੇ ਮੈਨੀਫੈਸਟੋ ਤਿਆਰ ਕੀਤਾ, ਉਹਨੂੰ ਕਿਹਾ ਹੈ ਕਿ ਇੰਟਰਨੈਸ਼ਨਲ ਡੈਕਲੇਰੇਸ਼ਨ ਔਨ ਹਿਊਮਨਿਜ਼ਮ 1952 ਵਿੱਚ ਬਣੀ। ਫਿਰ 50 ਸਾਲ ਬਾਅਦ 2002 ਦੇ ਵਿੱਚ ਦੁਬਾਰਾ ਫਿਰ ਇੱਕ ਕਾਨਫਰੰਸਾਂ ਦੇ ਵਿੱਚ ਹੁੰਦੀਆਂ ਰਹੀਆਂ, ਪਰ ਜਿਹੜੀ 2002 ਵਿੱਚ ਉਸੇ ਜਗ੍ਹਾ ਤੇ ਫਿਰ ਕਾਨਫਰੰਸ ਹੋਈ। ਅੱਜ ਕੱਲ੍ਹ ਵੈਸੇ ਉਹ ਸੰਸਥਾ ਦਾ ਜਿਹੜਾ ਹੈੱਡ ਆਫਿਸ ਹੈ ਉਹ ਲੰਡਨ ਦੇ ਵਿੱਚ ਹੈ, ਪਹਿਲਾਂ ਐਮਸਟਰਡਮ ਵਿੱਚ ਹੁੰਦਾ ਸੀਗਾ, ਹਾਲੈਂਡ ਦੇ ਵਿੱਚ। ਤਾਂ ਉਹ ਉੱਥੇ ਉਹਨਾਂ ਨੇ ਇੱਕ ਦੁਬਾਰਾ 2002 ਵਿੱਚ ਉਹ ਜਿਹੜੀ ਪਹਿਲਾ ਘੋਸ਼ਣਾ ਪੱਤਰ ਸੀ ਉਸ ਨੂੰ ਦੁਬਾਰਾ ਰਿਵਾਈਜ਼ ਕੀਤਾ, ਉਸ ਨੂੰ ਸੋਧਿਆ, ਤੇ ਸੋਧ ਕੇ ਫਿਰ ਉਹਨਾਂ ਨੇ ਜਾਰੀ ਕੀਤਾ, ਤੇ ਉਹ UNO ਨੇ ਉਸ ਨੂੰ ਰਿਕੋਗਨੀਸ਼ਨ ਦਿੱਤੀ ਹੋਈ ਹੈ। ਉਹ ਸਮਝੋ ਕਿ UNO ਨੇ ਸਾਰੀ ਦੁਨੀਆ ਦੇ ਵਾਸਤੇ, ਸਾਰੇ ਸੰਸਾਰ ਦੇ ਦੇਸ਼ਾਂ ਦੇ ਵਾਸਤੇ ਉਹ ਘੋਸ਼ਣਾ ਪੱਤਰ ਮਾਨਵਵਾਦ ਤੇ ਜਿਹੜਾ ਉਹ ਬਣਾਇਆ ਹੋਇਆ। ਮਤਲਬ ਕਿ 50 ਸਾਲ ਬਾਅਦ ਉਹ 'ਚ ਅਮੈਂਡਮੈਂਟ ਮਾਮੂਲੀ ਅਮੈਂਡਮੈਂਟ ਕੀਤੀ। ਉਹਦੇ 7 ਪੁਆਇੰਟ ਨੇ, ਉਹ 7 ਪੁਆਇੰਟ ਮੈਂ ਤੁਹਾਨੂੰ ਦੱਸ ਦਿਆਂ, ਤਾਂ ਉਹ ਸਮਝੋ ਇੱਕ ਕਿਸਮ ਦੇ ਮਾਨਵਵਾਦ ਦੇ ਫਲਸਫੇ ਦੇ ਨੁਕਤੇ ਹੈਗੇ ਨੇ। ਔਰ ਉਹ ਤੁਹਾਨੂੰ ਮਿਲ ਜਾਣਗੇ, ਇੰਟਰਨੈਟ ਤੇ ਵੀ ਮਿਲ ਜਾਣਗੇ, ਕਿ ਐਮਸਟਰਡਮ ਡੈਕਲੇਰੇਸ਼ਨ ਔਨ ਹਿਊਮਨਿਜ਼ਮ 2002। ਉਹ ਸਭ ਤੋਂ ਪਹਿਲਾ ਨੁਕਤਾ ਤਾਂ ਇਹ ਹੈਗਾ ਕਿ ਇਹ ਜਿਹੜੀ ਮਾਨਵਵਾਦ ਹੈ ਇਹ ਇੱਕ ਨੈਤਿਕਤਾ ਆਧਾਰਿਤ ਫਲਸਫਾ ਹੈ। ਨੈਤਿਕਤਾ ਦੀ ਆਪਾਂ ਗੱਲ ਪਹਿਲਾਂ ਕੀਤੀ ਸੀ, ਮੋਰੈਲਿਟੀ ਜਿਹਨੂੰ ਇੰਗਲਿਸ਼ 'ਚ ਕਹਿੰਦੇ, ਐਥਿਕਸ ਕਹਿੰਦੇ, ਚੰਗੇ ਗੁਣ, ਚੰਗਾ ਕੰਮ ਕਰਨਾ, ਚੰਗਿਆਈ ਵਾਲੇ ਕੰਮ ਕਰਨੇ। ਜਦੋਂ ਅਸੀਂ ਕਹਿੰਦੇ ਵੀ ਸੱਚ ਬੋਲਣਾ, ਝੂਠ ਨਹੀਂ ਬੋਲਣਾ,
ਦੂਜਿਆਂ ਦੇ ਕੰਮ ਆਉਣਾ ਹੈ, ਵੱਡਿਆਂ ਦੀ ਸੇਵਾ ਕਰਨੀ ਹੈ, ਦੇਸ਼ ਦੀ ਸੇਵਾ ਕਰਨੀ ਹੈ, ਛੋਟੇ ਜਿਹੜੇ ਲਤਾੜੇ ਜਾਂ ਗਰੀਬ ਲੋਕ ਉਹਨਾਂ ਦੀ ਮਦਦ ਕਰਨੀ ਹੈ। ਸੋ ਇਹ ਮਨੁੱਖੀ ਭਲਾਈ ਕਰਨੀ ਹੈ, ਇਹ ਨੈਤਿਕਤਾ ਦੇ ਵਿੱਚ ਆ ਜਾਂਦੀਆਂ ਸਾਰੀ ਚੀਜ਼ਾਂ। ਤੇ ਇਹਦੀ ਆਪਾਂ ਗੱਲ ਪਹਿਲਾਂ ਕਰ ਹੀ ਲਈ ਹੈ ਕਿ ਮਾਨਵਵਾਦ ਦਾ ਪਹਿਲਾ ਹੀ ਟੀਚਾ ਹੈਗਾ ਕਿ ਨੈਤਿਕਤਾ ਸੀ ਸਾਡੇ 'ਚ ਆਵੇ, ਚੰਗੇ ਗੁਣ ਚੰਗਿਆਈ ਕਰਨ ਦੀ ਭਾਵਨਾ ਜਿਹੜੀ ਸਾਡੇ ਮਨ 'ਚ ਆਵੇ, ਆਪਣੇ ਨਾਲ ਵਾਲੇ ਸਾਥੀਆਂ ਵਾਸਤੇ ਵੀ, ਆਂਢੀਆਂ ਗੁਆਂਢੀਆਂ ਵਾਸਤੇ ਵੀ, ਸਾਰੇ ਸਮਾਜ ਵਾਸਤੇ ਵੀ, ਸਾਰੇ ਸੰਸਾਰ 'ਚ ਜਿੱਥੇ ਅਸੀਂ ਬੈਠੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਹੀ ਇੱਕ ਨੈਤਿਕਤਾ ਹੈਗੀ ਹੈ। ਤੋ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਸਭੇ ਸਾਂਝੀ ਵਾਲ ਸਦਾਇਣ, ਕਿ ਮਨੁੱਖ ਜਿੱਥੇ ਵੀ ਕਿਤੇ ਹੈ ਸੰਸਾਰ ਦੇ ਵਿੱਚ ਸਾਰੇ ਆਪਸ ਵਿੱਚ ਜੁੜੇ ਹੋਏ ਆ, ਸਾਰੇ ਆਪਸ ਵਿੱਚ ਅਸੀਂ ਰਿਸ਼ਤੇਦਾਰ ਹਾਂ ਇੱਕ ਦੂਜੇ ਦੇ, ਤੇ ਸਾਰਿਆਂ ਦਾ ਅਸੀਂ ਭਲਾ ਸੋਚਣਾ ਸਾਡਾ ਜਿਹੜਾ ਉਹ ਫਰਜ਼ ਹੈ। ਨੈਤਿਕਤਾ ਦਾ ਆਧਾਰ ਹੈ ਮਾਨਵਵਾਦ ਦਾ। ਦੂਜਾ ਉਸ ਦਾ ਪੁਆਇੰਟ ਇਹ ਹੈਗਾ ਕਿ ਇਹ ਇੱਕ ਤਰਕ ਆਧਾਰਿਤ ਫਲਸਫਾ ਹੈ, ਕਿ ਤਰਕਸ਼ੀਲਤਾ ਕੀ ਹੁੰਦੀ ਹੈ ਕਿ ਹਰ ਚੀਜ਼ ਦੇ ਬਾਰੇ ਸੋਚਣਾ ਕਿ ਇਹ ਵਾਕਿਆ ਚੀਜ਼ ਹੋ ਸਕਦੀ ਹੈ, ਉਹਦਾ ਅਸੀਂ ਸਬੂਤ ਮੰਗਦੇ ਹਾਂ। ਪਰ ਹੁਣ ਮੈਂ ਉਦਾਹਰਨ ਦੇ ਤੌਰ ਤੇ ਕਹਿੰਦਾ ਵੀ ਅਸੀਂ ਕਹਿੰਦੇ ਨੇ ਜੀ ਰੱਬ 'ਚ ਵਿਸ਼ਵਾਸ ਕਰਦੇ ਹਾਂ, ਠੀਕ ਹੈ, ਚੰਗੀ ਗੱਲ ਹੈ, ਵਿਸ਼ਵਾਸ ਕਰਕੇ ਜੇ ਕੋਈ ਅਸੀਂ ਚੰਗਾ ਕੁਝ ਕਰ ਸਕਦੇ ਹਾਂ ਫਿਰ ਤਾਂ ਠੀਕ ਹੈ। ਪਰ ਜੇ ਰੱਬ ਦੇ ਅਸੀਂ ਕਰਕੇ ਵੀ ਮੇਰਾ ਰੱਬ ਜਿਹੜਾ ਬਹੁਤ ਚੰਗਾ ਹੈ ਕਿ ਦੂਜੇ ਦਾ ਰੱਬ ਮਾੜਾ, ਦੂਜੇ ਧਰਮ ਵਾਲਿਆਂ ਦਾ, ਤੇ ਆਪਸ ਜਿਹੜੀ ਖਿੱਚੋਤਾਣ ਪੈਦਾ ਹੋ ਜਾਂਦੀ ਹੈ, ਤੇ ਉਹ ਫਿਰ ਉਹ ਗੱਲ ਮਾੜੀ ਹੈਗੀ ਹੈ। ਉਹ ਮਾੜੇ ਵਾਲਾ ਗੱਲ ਫਿਰ ਸਾਡੇ ਸਾਹਮਣੇ ਜ਼ਿਆਦਾ ਹੈਗੀ ਹੈ, ਚੰਗੇ ਵਾਲੀ ਘੱਟ ਹੈ। ਪਰ ਜੇ ਫਰਕ ਮੈਂ ਕਿਸੇ ਨੂੰ ਸਵਾਲ ਕਰਦਾ ਕਿ ਜੇ ਤੁਸੀਂ ਰੱਬ 'ਚ ਵਿਸ਼ਵਾਸ ਕਰਦੇ ਤਾਂ ਦਿਖਾਓ ਰੱਬ ਆਪਣਾ, ਜਾਂ ਸਾਬਿਤ ਕਰੋ ਉਸ ਨੂੰ। ਪਰ ਅੱਜ ਤੱਕ ਨਾ ਤਾਂ ਕਿਸੇ ਨੇ ਰੱਬ ਸਾਬਤ ਕੀਤਾ ਤੇ ਨਾ ਰੱਬ ਕਿਸੇ ਨੇ ਦਿਖਾਇਆ। ਇੱਦਾਂ ਆਤਮਾ ਦੀ ਗੱਲ ਕਰਦੇ, ਹੁਣ ਆਤਮਾ ਹੁੰਦੇ ਜੀ ਹਰ ਸਰੀਰ ਦੇ ਵਿੱਚ, ਸਾਡੇ ਵੀ ਜਿਹੜਾ ਹੈਗਾ ਕਹਿੰਦੇ ਨੇ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ, ਕਿਸੇ ਦਾ ਦੇਹਾਂਤ ਹੋ ਜਾਂਦਾ, ਅਸੀਂ ਕਹਿੰਦੇ ਜੀ ਪਰਮਾਤਮਾ ਜਾਂ ਵਾਹਿਗੁਰੂ ਜਾਂ ਅਕਾਲ ਪੁਰਖ ਜਾਂ ਰੱਬ ਆਪਣੇ ਇਹਦੀ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ 'ਚ ਨਿਵਾਸੇ। ਨਾ ਕਿਸੇ ਨੇ ਆਤਮਾ ਦੇਖੀ ਹੈ, ਨਾ ਕਿਸੇ ਨੇ ਨਾ ਆਤਮਾ ਦੇਖੀ ਹੈ, ਨਾ ਪਰਮਾਤਮਾ ਦੇਖੀ ਹੈ। ਤੇ ਹੁਣ ਜੇ ਅਸੀਂ ਇਹਦੇ ਬਾਰੇ ਸਵਾਲ ਕਰਾਂਗੇ ਨਾ, ਇਹ ਤਰਕ ਹੈ ਵੀ ਠੀਕ ਹੈ ਜੀ ਆਤਮਾ ਹੁੰਦੀ ਹੋਏਗੀ, ਪਰ ਉਹਨੂੰ ਸਾਬਤ ਵੀ ਕਰ ਦਿਓ। ਅੱਜ ਵਿਗਿਆਨ ਵਿੱਚ ਹਰ ਚੀਜ਼ ਨੂੰ ਸਾਬਤ, ਉਹਦਾ ਸਬੂਤ ਮੰਗਦਾ ਹੈਗਾ। ਤੇ ਅਸੀਂ ਜੇ ਕੋਈ ਬੱਚਾ ਜਾਂ ਕੋਈ ਵੱਡਾ ਜਾਂ ਕੋਈ ਵੀ ਬੰਦਾ ਹੈਗਾ, ਪਰ ਸਾਡੇ ਤੇ ਜਿਹੜੇ ਧਾਰਮਿਕ ਲੋਕ ਆ, ਜੇ ਕੋਈ ਇਹ ਸਵਾਲ ਕਰੇਗਾ ਉਹਦੇ ਮਗਰ ਪੈ ਜਾਂਦੇ, ਉਹ ਵਾਦ ਵਾਲੀ ਗੱਲ ਵੀ ਇਹਦਾ ਜੇ ਤਰਕ ਕਰਦਾ, ਉਹ ਤਰਕ ਨੂੰ ਵੀ ਉਹਨਾਂ ਵਾਦ ਵਾਂਗੂ ਗਲਤ ਅਰਥ ਦਿੱਤੇ ਹੋਇਆ। ਇੱਕ ਲੌਜਿਕ ਰੈਸ਼ਨਲ ਹੋਣਾ, ਵਿਗਿਆਨਕ ਸੋਚ ਰੱਖਣੀ ਵੀ ਇਹ ਚੀਜ਼ ਹੈਗੀ ਤੇ ਇਸ ਨੂੰ ਫਿਰ ਸਾਬਤ ਕਰੋ ਬਈ, ਅਸੀਂ ਵੀ ਮੰਨਾਂਗੇ। ਰੱਬ ਨੂੰ ਲਿਆਓ ਸਾਡੇ ਸਾਹਮਣੇ, ਰੱਬ ਨੂੰ ਸਾਬਤ ਕਰੋ, ਅਸੀਂ ਵੀ ਰੱਬ ਨੂੰ ਮੰਨ ਲਵਾਂਗੇ ਜੇ ਹੈਗਾ ਤੇ ਚੰਗਾ ਹੈਗਾ, ਚੰਗੀ ਚੀਜ਼ ਹੈ। ਆਤਮਾ ਜੇ ਹੁੰਦੀ ਹੈ ਤੇ ਅਸੀਂ ਵੀ ਲੱਭੀ ਆਤਮਾ ਨੂੰ, ਉਹ 'ਚ ਦੇਖੀਏ ਕਿ, ਤੇ ਹਰ ਚੀਜ਼ ਦੇ ਪਿੱਛੇ ਸਬੂਤ ਮੰਗ ਕੇ ਫਿਰ ਉਹਦੇ 'ਚ ਵਿਸ਼ਵਾਸ ਕਰਨਾ, ਇਹਨੂੰ ਆਪਾਂ ਤਰਕ ਕਹਿੰਦੇ ਹਾਂ। ਤੇ ਮਾਨਵਵਾਦ ਤਰਕ ਦੇ ਮਗਰ ਜਾਂਦਾ ਹੈ, ਜਿਹੜੀ ਇੱਕ ਸਿਰਫ ਸਪੋਜ਼ ਕਰ ਲੈਣਾ, ਕਾਲਪਨਿਕ ਚੀਜ਼ਾਂ ਅਸੀਂ ਬਣਾਈਆਂ ਹੋਈਆਂ ਉਹਨਾਂ ਦੇ ਵਿੱਚ ਵਿਸ਼ਵਾਸ ਕਰਕੇ ਫਿਰ ਆਪਣੇ ਆਪ ਵੀ ਇਹਨੂੰ ਵੀ ਜਿਹੜਾ ਹੈਗਾ ਆਪਣਾ ਸ਼ੋਸ਼ਣ ਕਰਵਾਉਣਾ ਅਲੱਗ-ਅਲੱਗ ਜਗ੍ਹਾ ਤੋਂ, ਤੇ ਬਾਕੀ ਲੋਕਾਂ ਨੂੰ ਵੀ ਉਸ ਸ਼ੋਸ਼ਣ ਦਾ ਜਿਹੜਾ ਕਿ ਧੰਦਾ ਹੈ ਉਹਦੇ ਵਿੱਚ ਸ਼ਾਮਿਲ ਕਰਾਉਣਾ। ਇਹ ਮਾਨਵਵਾਦ ਇਸ ਨੂੰ, ਮਨੁੱਖ ਨੂੰ ਇਹਦੇ ਤੋਂ ਆਜ਼ਾਦ ਕਰਾਉਣਾ ਚਾਹੁੰਦਾ ਕਿ ਜਿਹੜੀ ਕਾਲਪਨਿਕਤਾ ਹੈ ਇਹਦੇ ਵਿੱਚੋਂ ਬਾਹਰ ਨਿਕਲੋ, ਤਰਕ ਆਧਾਰਿਤ ਆਪਣੀ ਅਪਰੋਚ ਬਣਾਓ। ਓਬਜ਼ਰਵ ਕਰਨਾ, ਤਰਕ ਦੀਆਂ ਜਿਹੜੀਆਂ ਵਿਗਿਆਨਕ ਸੋਚ ਆ ਉਹਦੇ 3 ਪਹਿਲੂ ਹੈ। ਇੱਕ ਤਾਂ ਅਸੀਂ ਓਬਜ਼ਰਵ ਕਰਨਾ, ਦੇਖਣਾ ਵੀ ਇੱਕ ਚੀਜ਼ ਕੀ ਹੈ, ਫਿਰ ਉਹਦੇ ਬਾਰੇ ਸੋਚ ਕੇ ਵਿਚਾਰ ਕੇ ਸਬੂਤ ਲੱਭ ਕੇ ਕਿਸੇ ਸਿੱਟੇ ਤੇ ਪਹੁੰਚਣਾ ਵੀ ਇਹ ਹੈ ਜਾਂ ਨਹੀਂ ਹੈ। ਜੇ ਨਹੀਂ ਹੈ ਤੇ ਇਸ ਨੂੰ ਫਿਰ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ 'ਚੋਂ ਬਾਹਰ ਕੱਢਣਾ। ਤੇ ਤੀਜਾ ਹੈਗਾ ਕਿ ਉਸ ਨੂੰ ਆਪਣੇ ਵਿਚਾਰਾਂ ਨੂੰ ਸੋਧਣਾ। ਜਿਹੜਾ ਧਰਮ ਹੈ ਉਹ ਸੋਧਣ ਵਾਲੇ ਪਾਸੇ ਨਹੀਂ ਜਾਏਗਾ, ਬਦਲੇਗਾ। ਜਿਹੜੀ ਗੱਲ ਕਹਿਤੀ ਉਹ ਕਹਿਤੀ, ਪਰ ਜਿਹੜੀ ਵਿਗਿਆਨਕ ਸੋਚ ਹੁੰਦੀ ਹੈ, ਤਰਕ ਆਧਾਰਿਤ ਸੋਚ ਹੁੰਦੀ ਹੈ, ਉਹ ਸਦਾ ਤਬਦੀਲੀ ਲਿਆਉਂਦੀ ਹੈ। ਅੱਜ ਜੋ ਅਸੀਂ ਸੋਚ ਰਹੇ ਹਾਂ, ਅੱਜ ਜੋ ਅਸੀਂ ਕਰ ਰਹੇ ਹਾਂ, ਉਹ ਕੱਲ੍ਹ ਨੂੰ ਜਿਹੜਾ ਬਦਲ ਜਾਏਗਾ। ਇਹ ਬਦਲ ਜਾਣਾ, ਤਬਦੀਲੀ ਲਿਆਉਣਾ। ਤੁਸੀਂ ਮੋਬਾਈਲ ਹੀ ਲਾ ਲਓ, ਜਿਹੜੇ ਪਿਛਲੇ ਸਾਲ ਮੋਬਾਈਲ ਸੀ ਉਹਨਾਂ ਨੂੰ ਅੱਜ ਇੰਪਰੂਵ ਕਰ ਗਏ। ਕਿਸੇ ਵੇਲੇ ਉਹ ਲੈਂਡਲਾਈਨ ਨਹੀਂ ਹੁੰਦੇ ਸੀ ਸਾਡੇ ਵੇਲੇ। ਜਦੋਂ ਅਸੀਂ ਲੈਂਡਲਾਈਨ ਦੇਖੇ ਹੈ ਤਾਂ ਉਸ ਵੇਲੇ ਅਸੀਂ ਇਹ ਸਟੇਜ ਲੰਘੇ ਹਾਂ, ਜਿਸ ਮੈਂ ਹੁਣ ਫਰਕ 75 ਸਾਲ ਤੋਂ ਉੱਪਰ ਹਾਂ। ਅਸੀਂ ਇਹੋ ਜਿਹਾ ਟਾਈਮ ਦੇਖਿਆ ਜਦੋਂ ਫੋਨ ਹੁੰਦੇ ਹੀ ਨਹੀਂ ਸੀ, ਸਾਨੂੰ ਪਤਾ ਨਹੀਂ ਸੀ ਫੋਨ ਵੀ ਹੁੰਦੇ ਕਿ ਨਹੀਂ ਹੁੰਦੇ, TV ਵੀ ਹੁੰਦਾ ਕਿ ਨਹੀਂ ਹੁੰਦਾ। ਅਸੀਂ ਉਹ ਵੀ ਦਿਨ ਦੇਖੇ, ਨਾ ਰੇਡੀਓ, ਨਾ TV, ਨਾ ਫੋਨ। ਫਿਰ ਉਦੋਂ ਸਾਨੂੰ ਇਹ ਖਿਆਲ ਹੀ ਨਹੀਂ ਸੀ ਆ ਸਕਦਾ ਕਿ ਕਦੇ ਮੋਬਾਈਲ ਵੀ ਹੋਣਗੇ। ਵੀ ਜਿਹੜੇ ਐਸੇ ਮੋਬਾਈਲ ਦਾ ਮਤਲਬ ਹੁੰਦਾ ਜਿਹੜਾ ਚੱਕਵਾਂ, ਜਿਵੇਂ ਚੱਕਵਾਂ ਚੁੱਲ੍ਹਾ, ਵੀ ਇਹ ਮੋਬਾਈਲ ਜਿਹੜਾ ਸੀ ਉਹ ਹੁੰਦਾ ਸੀ, ਉਹ ਇੱਕ ਜਗ੍ਹਾ ਵੱਜੇ ਹੋਏ ਸੀਗੇ ਤਾਰ ਦੇ ਨਾਲ, ਜਿਹੜੇ ਟੈਲੀਫੋਨ ਪਹਿਲੇ ਹੁੰਦੇ ਸੀ ਲੈਂਡਲਾਈਨ। ਮਤਲਬ ਕਿ ਜਿਹੜਾ ਮਨੁੱਖ ਆ ਉਹਨੇ ਵਿਗਿਆਨਕ ਸੋਚ ਦੇ ਨਾਲ ਕਿਤੇ ਤੋਂ ਕਿਤੇ ਅੱਗੇ ਪਹੁੰਚਣਾ। ਮਾਨਵਵਾਦ ਕਹਿੰਦਾ ਵੀ ਇਹ ਬਦਲਾਅ ਦੇ ਨਾਲ ਚੱਲੋ, ਤੁਸੀਂ ਇੱਕ ਜਗ੍ਹਾ ਵੱਢ ਕੇ ਨਹੀਂ ਬੈਠੋ। ਇਹ ਸਾਰਾ ਕੁਝ ਹੋਣਾ ਵਿਗਿਆਨਕ ਸੋਚ ਨਾਲ, ਇਹ ਵਿਗਿਆਨਕ ਸੋਚ ਨਾਲ ਹੋਣਾ, ਉੱਦਾਂ ਨਹੀਂ ਹੋਣਾ। ਵਿਗਿਆਨ ਦੇ ਨਾਲ ਚੱਲਣਾ। ਹੁਣ ਸਾਡੇ ਜਿਹੜੇ ਧਰਮ ਜਾਂ ਮਜ਼ਹਬ ਹੈ ਇਹ ਸਾਨੂੰ ਕਿਉਂ ਨੁਕਸਾਨ ਪਹੁੰਚਾ ਰਹੇ ਨੇ? ਇੱਕ ਪਾਸੇ ਤੇ ਆਪ ਤਾਂ ਇਹ ਸਾਰੀਆਂ ਸਾਇੰਸ ਦੀਆਂ ਸਾਰੀਆਂ ਸਹੂਲਤਾਂ ਮਾਣਦੇ ਆ, ਦੂਜੇ ਪਾਸੇ ਸਾਇੰਸ ਨੂੰ ਕਹਿਣਗੇ ਜੀ ਸਾਇੰਸ ਨੇ ਸਾਡਾ ਨੁਕਸਾਨ ਕਰ ਰਹੀ ਹੈ, ਕਿਉਂਕਿ ਸਾਇੰਸ ਸਵਾਲ ਕਰਦੀ ਹੈ। ਵਿਗਿਆਨਕ ਸੋਚ ਜਿਹੜੀ ਉਹ ਸਵਾਲ ਕਰਦੀ, ਤਰਕ ਦੇ ਆਧਾਰ 'ਤੇ ਚੱਲਦੀ ਹੈਗੀ। ਦੱਸੋ ਫਿਰ ਵੀ, ਸਾਬਤ ਕਰੋ ਇਸ ਨੂੰ। ਜੇ ਸਾਨੂੰ ਮਜ਼ਹਬ ਜਾਂ ਧਰਮ ਕੋਈ ਚੰਗੀ ਨੈਤਿਕਤਾ ਸਿਖਾਉਂਦਾ ਤੇ ਫਿਰ ਗੁਰਦੁਆਰਿਆਂ ਮੰਦਿਰਾਂ ਦੇ ਵਿੱਚ CCTV ਕੈਮਰੇ ਕਿਉਂ ਲੱਗੇ ਹੋਏ ਨੇ?
ਉਹਨਾਂ ਲਾਉਣ ਦੀ ਕੀ ਲੋੜ ਹੈ। ਤੀਜਾ ਇੱਕ ਬੜਾ ਮਹੱਤਵਪੂਰਨ ਪਹਿਲੂ ਹੈ ਮਾਨਵਵਾਦ ਦਾ, ਉਹ ਇੱਕ ਪ੍ਰਜਾਤੰਤਰ ਪ੍ਰਣਾਲੀ ਨੂੰ ਮੰਨਦਾ ਹੈਗਾ ਅੱਛਾ ਕਿ ਜਿਹੜਾ ਰਾਜ ਪ੍ਰਬੰਧ ਹੈ ਨਾ, ਕਿਸੇ ਵੀ ਦੇਸ਼ ਦਾ ਰਾਜ ਪ੍ਰਬੰਧ ਉਹ ਪ੍ਰਜਾਤੰਤਰ ਡੈਮੋਕ੍ਰੇਸੀ ਹੋਣੀ ਚਾਹੀਦੀ। ਡੈਮੋਕ੍ਰੇਸੀ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਿਊਮਨ ਰਾਈਟਸ ਮਿਲ ਸਕਦੇ। ਇਹ ਹਿਊਮਨ ਰਾਈਟਸ ਵਾਲੀ ਗੱਲ ਜਿਹੜੀ ਹੈ ਨਾ, ਇਹ ਜਿਹਨੂੰ UN ਨੂੰ ਵੀ ਮੰਨਿਆ ਹੈ, ਹਰ ਸਾਲ ਬਹੁਤੇ ਦੇਸ਼ ਹੁਣ ਅੱਜ ਮੰਨਦੇ ਨੇ, ਇਹ ਮਾਨਵਵਾਦ ਕਰਕੇ ਹੀ ਆਈ ਹੈਗੀ। ਉਹ ਐਮਸਟਰਡਮ ਡਿਕਲੇਰੇਸ਼ਨ ਤੋਂ ਬਾਅਦ ਆਈ ਹੈਗੀ। ਪ੍ਰਜਾਤੰਤਰ ਹੋਵੇ, ਡੈਮੋਕ੍ਰੇਸੀ ਹੋਵੇ, ਹਰ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ, ਹਰ ਬੰਦੇ ਨੂੰ ਆਪਣੇ ਦੇਸ਼ ਦੀ ਸਰਕਾਰ ਚੁਣਨ ਦਾ ਮੌਕਾ ਮਿਲੇ, ਉਹਦੇ ਵਿੱਚ ਉਹਦੀ ਹਿੱਸੇਦਾਰੀ ਹੋਵੇ। ਇਹ ਨਹੀਂ ਵੀ ਇੱਕ ਕਿਤੋਂ ਰਾਜਾ ਆ ਗਿਆ ਜਾਂ ਡਿਕਟੇਟਰ ਆ ਗਿਆ ਤਾਂ ਤੁਹਾਡੇ ਤੇ ਰਾਜ ਕਰ ਰਿਹਾ ਹੈਗਾ, ਇਹ ਨਹੀਂ। ਤੁਸੀਂ ਆਪਣੀ ਸਰਕਾਰ ਨੂੰ ਆਪ ਚੁਣੋ, ਇਹ ਮਾਨਵਵਾਦ ਨੇ ਲਿਆਂਦੀ ਗੱਲ। ਇਹ ਡੈਮੋਕ੍ਰੇਸੀ ਉਦੋਂ ਆਈ ਹੈ ਜਦੋਂ ਮਾਨਵਵਾਦ ਆਇਆ, ਤੇ ਉਦੋਂ ਪਹਿਲਾਂ ਨਹੀਂ ਸੀ। ਪਹਿਲਾਂ ਤਾਂ ਰਾਜੇ ਹੀ ਹੁੰਦੇ ਸੀਗੇ, ਜਿਹੜੇ ਅੰਗਰੇਜ਼ ਵੀ ਸਾਡੇ ਤੇ ਰਾਜ ਕਰ ਗਏ ਆ, ਤੇ ਉਹ ਉਹਨਾਂ ਦੇ ਵੀ ਰਾਜੇ ਸੀ ਉੱਥੇ। ਪਰ ਉਹਦੇ ਬਾਅਦ ਰਾਜੇ ਜਿਹੜੇ ਆ ਇੱਕ ਜਿਹੜੇ ਹੈਗੇ ਇੱਕ ਕਿਸਮ ਦੇ ਨੋਮੀਨਲ ਜੇ ਬਣ ਗਏ, ਤੇ ਉਹ ਅੱਗੇ ਵੋਟਾਂ ਦਾ ਰਾਜ ਹੈਗਾ। ਇੰਗਲੈਂਡ ਦੇ ਵਿੱਚ ਵੀ ਭਾਵੇਂ ਰਾਜਾ ਰਾਣੀ ਹੈਗੇ ਨੇ, ਪਰ ਉਹ ਉੱਥੇ ਵੀ ਵੋਟਾਂ ਦਾ ਰਾਜ ਹੈ। ਇਹ ਵੋਟਾਂ ਦਾ ਰਾਜ 20ਵੀਂ ਸਦੀ ਦੇ ਵਿੱਚ ਹਿਊਮਨਿਜ਼ਮ ਦੇ ਕਰਕੇ ਆਇਆ, ਤੇ ਹਿਊਮਨ ਰਾਈਟਸ ਦੀ ਤਾਂ ਹੀ ਗੱਲ ਹੋਈ ਹੈ। ਚੌਥਾ ਪੁਆਇੰਟ ਹੈਗਾ ਕਿ ਜੇ ਅਸੀਂ ਹਿਊਮਨ ਰਾਈਟਸ ਲੈਣੇ ਨੇ, ਜੇ ਅਸੀਂ ਸੁਤੰਤਰਤਾ ਲੈਣੀ ਹੈ, ਕਿ ਕਿਉਂਕਿ ਮਾਨਵਵਾਦ ਕਹਿੰਦਾ ਹਰ ਮਨੁੱਖ ਆਜ਼ਾਦ ਹੋਣਾ ਚਾਹੀਦਾ। ਉਹ ਆਪਣੀ ਸੋਚ ਵਿਚਾਰ, ਉਹਦੀ ਆਪਣੀ ਰਾਈਟ ਟੂ ਐਕਸਪ੍ਰੈਸ਼ਨ ਤੇ ਆਪਣੇ ਵਿਚਾਰ ਰੱਖਣੇ, ਵਿਚਾਰਾਂ ਦੀ ਆਜ਼ਾਦੀ ਜਿਹੜੀ ਉਹ ਮਾਨਵਵਾਦ ਨੂੰ ਮਿਲਣੀ ਚਾਹੀਦੀ ਹੈ। ਡੈਮੋਕ੍ਰੇਸੀ ਇਹ ਦਿੰਦੀ ਹੈ। ਤੇ ਫਿਰ ਤੁਹਾਨੂੰ ਸੋਸ਼ਲ ਰਿਸਪੌਂਸਿਬਿਲਿਟੀ ਵੀ ਲੈਣੀ ਪਊਗੀ, ਸਮਾਜਿਕ ਜ਼ਿੰਮੇਵਾਰੀ ਵੀ ਲੈਣੀ ਪਊਗੀ। ਇਹ ਨਹੀਂ ਵੀ ਮੈਂ ਜੋ ਮਨਮਰਜ਼ੀ ਕਰਾਂ, ਇਹ ਨਹੀਂ ਹੈ। ਮਨਮਰਜ਼ੀ ਦੇ ਨਾਲ ਨਾਲ ਮੇਰੀਆਂ ਕੁਝ ਜ਼ਿੰਮੇਵਾਰੀਆਂ ਵੀ ਹੈ, ਆਪਣੇ ਸਮਾਜ ਪ੍ਰਤੀ, ਪਰਿਵਾਰ ਪ੍ਰਤੀ ਤਾਂ ਹੁੰਦੀਆਂ ਹੀ ਹੁੰਦੀਆਂ, ਬਾਕੀ ਦੇ ਸਮਾਜ ਪ੍ਰਤੀ ਵੀ, ਬਾਹਰਲੀਆਂ ਕਮਿਊਨਿਟੀ ਦੇ ਪ੍ਰਤੀ ਵੀ, ਬਾਹਰਲੇ ਦੇਸ਼ ਵਿੱਚ ਰਹਿੰਦੇ ਲੋਕ ਉਹਨਾਂ ਪ੍ਰਤੀ ਵੀ, ਇਹ ਜਿਹੜਾ ਸਾਡਾ এনवायरमेंट ਹੈ, ਵਾਤਾਵਰਨ, ਉਹਦੇ ਪ੍ਰਤੀ ਵੀ, ਬਾਕੀ ਪਸ਼ੂ ਪੰਛੀਆਂ ਦੇ ਪ੍ਰਤੀ ਵੀ। ਜੇ ਮਨੁੱਖ ਨੇ ਮਾਨਵਵਾਦੀ ਬਣਨਾ ਹੈ ਤੇ ਉਹਨੇ ਆਜ਼ਾਦੀ ਲੈਣੀ ਹੈ, ਉਸਨੇ ਆਜ਼ਾਦੀ ਉਹਨੂੰ ਮਿਲਣੀ ਵੀ ਚਾਹੀਦੀ ਹੈ, ਮਾਨਵਵਾਦ ਕਹਿੰਦਾ। ਪਰ ਨਾਲ ਉਹ ਜ਼ਿੰਮੇਵਾਰੀ ਵੀ ਸਮਝੇ ਆਪਣੀ, ਉਹਦੇ ਵਿੱਚੋਂ ਮਨੁੱਖੀ ਭਲਾਈ ਦੀ ਗੱਲ ਨਿਕਲਦੀ ਹੈਗੀ ਹੈ। ਅਧਿਕਾਰਾਂ ਦੇ ਨਾਲ ਨਾਲ ਫਰਜ਼ ਵੀ ਨਿਭਾਉਣੇ ਪੈਣਗੇ। ਉਹ ਫਰਜ਼ਾਂ ਦੇ ਉੱਤੇ ਜ਼ੋਰ ਦਿੰਦਾ ਮਾਨਵਵਾਦ। ਅਗਲਾ ਪੰਜਵਾਂ ਪੁਆਇੰਟ ਹੈਗਾ ਕਿ ਜਿਹੜਾ ਮਜ਼ਹਬ ਹੈ, ਧਰਮ ਹੈ, ਜਿਹਦੀ ਆਪਾਂ ਹੁਣ ਤੱਕ ਗੱਲ ਕਰਦੇ ਰਹੇ ਹਾਂ, ਤੇ ਹੁਣ ਤੱਕ ਆਪਾਂ ਇਹ ਹੀ ਸਮਝੋ ਵੀ ਜੇ ਕੋਈ ਕਹਿਣ 'ਚ ਝਿਜਕ ਵੀ ਨਹੀਂ ਹੈਗੀ ਵੀ ਅਸੀਂ ਜਦੋਂ ਧਰਮ ਤੇ ਮਜ਼ਹਬ ਨੂੰ ਠੀਕ ਨਹੀਂ ਮੰਨਦੇ ਕਿ ਇਹਨੇ ਸਾਡਾ ਨੁਕਸਾਨ ਜ਼ਿਆਦਾ ਕੀਤਾ ਤੇ ਫਾਇਦਾ ਘੱਟ ਕੀਤਾ, ਤੇ ਇਹਦਾ ਜੇ ਅਸੀਂ ਬਦਲ ਚਾਹੀਦਾ, ਸਾਨੂੰ ਵਿਕਲਪ ਚਾਹੀਦਾ ਵੀ ਅਸੀਂ ਮਜ਼ਹਬ ਧਰਮ ਛੱਡੇ, ਤੇ ਫਿਰ ਅਸੀਂ ਕਿਹੜੇ ਪਾਸੇ ਨੂੰ ਜਾਣਾ? ਮਾਨਵਵਾਦ। ਮਜ਼ਹਬ ਧਰਮ ਨੂੰ ਛੱਡ ਦਿਓ ਤੇ ਮਾਨਵਵਾਦ ਨੂੰ ਅਪਣਾਓ। ਤੇ ਮਾਨਵਵਾਦ ਸਾਰੀ ਮਨੁੱਖਤਾ ਦਾ ਸਾਂਝੀ ਇੱਕ ਵਿਚਾਰਧਾਰਾ ਹੈ। ਉਹਦੇ ਵਿੱਚ ਕਿਸੇ ਬਾਤ ਇਹ ਨਹੀਂ ਵੀ ਇੰਗਲੈਂਡ 'ਚ ਬੈਠੇ ਬੰਦੇ ਉਹਨਾਂ ਦਾ ਕੋਈ ਹੋਰ ਮਾਨਵਵਾਦ ਹੈ। ਸਾਰਿਆਂ ਦਾ ਮਾਨਵਵਾਦ ਇੱਕੋ ਹੀ ਹੈ, ਇੱਕੋ ਵੈਲਿਊਜ਼ ਨੇ, ਇੱਕੋ ਸਿਧਾਂਤ ਨੇ, ਇੱਕੋ ਨਿਸ਼ਾਨੇ ਨੇ। ਮਨੁੱਖ ਹੈ ਤੇ ਸਾਰੇ ਮਨੁੱਖ ਬਰਾਬਰ ਨੇ, ਭਾਵੇਂ ਜਿੱਥੇ ਵੀ ਸੰਸਾਰ ਦੇ ਵਿੱਚ ਕੋਈ ਮਨੁੱਖ ਬੈਠਾ, ਉਹਦੇ ਅਧਿਕਾਰ, ਉਹਦਾ ਸਟੇਟਸ, ਉਹਦੀ ਜਿਹੜੀ ਪੋਜੀਸ਼ਨ ਹੈ ਉਹ ਬਰਾਬਰ ਹੈ। ਕੋਈ ਜਾਤ ਪਾਤ ਨਹੀਂ, ਕੋਈ ਉੱਚਾ ਨਹੀਂ ਪਾਣੀ। ਜਿਹੜਾ ਅੱਗੇ 6ਵਾਂ ਪੁਆਇੰਟ ਹੈ ਉਹ ਹੈਗਾ ਕਿ ਜਿਹੜਾ ਮਾਨਵਵਾਦ ਹੈ ਉਹ ਕਲਾ ਨੂੰ ਪੂਰੀ ਪ੍ਰਮੁੱਖਤਾ ਦਿੰਦਾ ਹੈ। ਕਲਾ ਵਿੱਚ ਕੀ ਆਉਂਦਾ ਹੁੰਦਾ? ਸੰਗੀਤ, ਚਿੱਤਰਕਲਾ, ਆਰਕੀਟੈਕਚਰ, ਇਹ ਸਾਰੀ ਕਲਾ ਦੇ ਖੇਤਰ ਨੇ ਅਲੱਗ-ਅਲੱਗ। ਤੇ ਮਾਨਵਵਾਦ ਜਿਹੜੇ ਕਲਾ ਦੇ ਖੇਤਰ ਨੇ ਉਹਨਾਂ ਨੂੰ ਪੂਰੀ ਇੰਪੋਰਟੈਂਸ ਦਿੰਦਾ ਹੈ ਕਿ ਮਨੁੱਖ ਜਾਤੀ ਦੀ ਪ੍ਰੋਗਰੈਸ ਵਾਸਤੇ, ਮਨੁੱਖ ਜਾਤੀ ਦੀ ਇੱਕ ਮਾਨਸਿਕ ਬੈਲੈਂਸ ਬਣਾਉਣ ਵਾਸਤੇ, ਉਹਦੀ ਭਾਵਨਾਤਮਕ ਉਸ ਨੂੰ ਇੱਕ ਸਟਰੈਂਥ ਦੇਣ ਵਾਸਤੇ, ਹੈਲਥ ਦੇਣ ਵਾਸਤੇ, ਮਨੋਵਿਗਿਆਨਿਕ ਤੌਰ ਤੇ ਉਹਨੂੰ ਸਿਹਤਮੰਦ ਰੱਖਣ ਵਾਸਤੇ ਇਹ ਜਿਹੜੀ ਕਲਾਵਾਂ ਨੇ ਅਲੱਗ-ਅਲੱਗ, ਇਹ ਮਨੋਰੰਜਨ ਦੇ ਨਾਲ ਨਾਲ ਇੱਕ ਮਨੋਵਿਗਿਆਨਿਕ ਸਿਹਤ ਹੈ। ਮਨੋਵਿਗਿਆਨਿਕ ਸਾਨੂੰ ਉਹਦਾ ਇੱਕ ਖੁਰਾਕ ਹੈ ਸਾਡੀ, ਤੇ ਉਹ ਖੁਰਾਕ ਜਿਹੜੀ ਉਹ ਵੀ ਸਾਨੂੰ ਨਾਲ ਮਿਲਣੀ ਚਾਹੀਦੀ ਹੈ। 7ਵਾਂ ਔਰ ਅਖੀਰਲਾ ਪੁਆਇੰਟ ਇਹ ਹੈਗਾ ਕਿ ਮਾਨਵਵਾਦ ਜਿਹੜਾ ਹੈ ਉਹ ਇੱਕ ਜੀਵਨ ਜਾਚ ਹੈ, ਲਾਈਫ ਸਟਾਈਲ ਹੈ। ਇਹ ਸਾਨੂੰ ਅਡਾਪਟ ਕਰਨਾ ਪਏਗਾ। ਇਹ ਨਹੀਂ ਵੀ ਮੈਂ ਲੈਕਚਰ ਦੇ ਰਿਹਾ ਹੈਗਾ ਤੇ ਲੋਕਾਂ ਨੂੰ ਦੱਸ ਰਿਹਾ ਮਾਨਵਵਾਦ ਤੇ ਮੈਂ ਆਪ ਉਹ ਤੇ ਚੱਲਾਂ ਹੀ ਨਾ, ਇਹ ਨਹੀਂ। ਸਾਨੂੰ ਪਹਿਲਾਂ ਖੁਦ ਮਾਨਵਵਾਦੀ ਬਣਨਾ ਪਊਗਾ। ਇਹ ਸਾਰੀਆਂ ਗੱਲਾਂ ਜਿਹੜੀਆਂ 6 ਮੈਂ ਦੱਸੀਆਂ ਨੇ ਪਹਿਲਾਂ, ਜਾਂ ਡੈਫੀਨੇਸ਼ਨ ਦੇ ਵਿੱਚ ਦੱਸੀਆਂ ਨੇ, ਉਹ ਸਾਰੀਆਂ ਮੈਨੂੰ ਅਡਾਪਟ ਕਰਨੀਆਂ ਪੈਣਗੀਆਂ। ਮੈਂ ਆਪਣਾ ਜੀਵਨ ਉਸ ਢੰਗ ਦੇ ਨਾਲ ਬਣਾਉਣਾ ਪਊਗਾ। ਮੇਰਾ ਦਿਨ ਰਾਤ ਜਿਹੜੀ ਸੋਚ ਹੀ ਇਹ ਹੋਏਗੀ, ਜੇ ਉਹ ਹੋ ਜਾਂਦੀ ਹੈ ਕਿ ਮੈਂ ਉੱਠਦਾ ਬੈਠਦਾ ਸਾਰੀ ਮਨੁੱਖਤਾ ਦੇ ਬਾਰੇ ਸੋਚਦਾ, ਔਰ ਮੈਨੂੰ ਇੱਥੇ ਬਹੁਤ ਮੇਰਾ ਸਿਰ ਝੁਕ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਾਰਾ ਹੀ ਫਲਸਫਾ ਇਹ ਸੀਗਾ ਕਿ ਸਾਰੀ ਸਰਬੱਤ, ਸਾਰੀ ਜਿਹੜੇ ਮਨੁੱਖਤਾ, ਏਕ ਪਿਤਾ ਏਕ ਕੇ ਹਮ ਬਾਰਕ, ਇਹ ਬ੍ਰਹਮੰਡ, ਇਹ ਕੁਦਰਤ ਦੀ ਸਾਰੇ ਅਸੀਂ ਪੈਦਾਵਾਰ ਹਾਂ। ਉਹਨੇ ਸਾਨੂੰ ਪੈਦਾ ਕੀਤਾ, ਸਾਡਾ ਤਾਂ ਕੁਝ ਵੀ ਨਹੀਂ ਹੈਗਾ। ਤੇ ਜੋ ਸਾਨੂੰ ਕੁਝ ਦਿੱਤਾ ਹੋਇਆ ਹੈ ਇਹ ਸਾਰਾ ਸਾਨੂੰ ਕੁਦਰਤ ਨੇ ਦਿੱਤਾ ਹੈ। ਜੇ ਦਿਮਾਗ ਹੈ, ਅਸੀਂ ਕਹਿੰਦੇ ਦਿਮਾਗ ਦੇ ਕਰਕੇ ਮਨੁੱਖ ਜਾਤੀ ਨੇ ਪ੍ਰਗਤੀ ਕਰ ਲਈ, ਵਿਕਾਸ ਕਰ ਲਿਆ, ਤੇ ਉਹ ਵੀ ਤਾਂ ਦਿਮਾਗ ਵੀ ਤਾਂ ਕੁਦਰਤ ਨੇ ਸਾਨੂੰ ਦਿੱਤਾ। ਬਰੀਫ ਦੇ ਵਿੱਚ ਸਾਡੇ ਜਾਂਦੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਮਾਨਵਵਾਦ ਆ ਇਹ ਜੀਵਨ ਜਾਂਚ ਕਿਵੇਂ ਸਿਖਾਉਂਦਾ? ਜੀਵਨ ਜਾਂਚ ਦਾ ਹੁਣ ਮੈਂ ਇਹ ਤਕਰੀਬਨ ਉਹੀ ਦੱਸ ਰਿਹਾ ਸੀਗਾ ਕਿ ਜੀਵਨ ਜਾਂਚ ਦਾ ਇਹ ਹੋ ਗਿਆ ਕਿ ਵੀ ਅਸੀਂ ਇੱਕ ਤਾਂ ਕਿਹੜੀ ਚੀਜ਼ਾਂ ਛੱਡਣੀਆਂ ਨੇ। ਜਿਹਦਾ ਮਜ਼ਹਬ ਧਰਮ ਹੈ, ਮੈਂ ਨਹੀਂ ਕਿਸੇ ਨੂੰ ਇੱਥੇ ਬਹਿ ਕੇ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਆਪਣਾ ਮਜ਼ਹਬ ਛੱਡ ਦਿਓ, ਧਰਮ, ਪਰ ਇਹਦੇ ਬਾਰੇ ਸੋਚੋ ਜ਼ਰੂਰ।
ਸੋਚਣਾ ਜਿਹੜਾ ਜ਼ਿਆਦਾ ਜ਼ਰੂਰੀ ਇਸ ਕਰਕੇ ਹੈਗਾ, ਮੈਂ ਬਹੁਤਿਆਂ ਨੂੰ ਇਹ ਜਿਹੜਾ ਹੈ ਨਾਲ ਡਿਸਕਸ ਕਰਦਾ ਤਾਂ ਮੇਰੇ ਨਾਲ ਐਗਰੀ ਕਰਦੇ ਨੇ ਸਾਰੇ। ਜੇ ਮੈਂ ਕਿਸੇ ਧਰਮ 'ਚ ਵੱਜਾ ਹੋਇਆ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਬਦਲ ਸਕੇਗਾ, ਭਾਵੇਂ ਮੌਤ ਤੱਕ ਮੇਰੇ ਤੱਕ ਕੋਈ ਧਰਮ ਵਜੇ ਮੇਰੇ ਨਾਲ ਹੀ ਚੱਲੂਗਾ। ਸੋਚਣ ਵਾਲੀ ਗੱਲ ਹੈ ਕਿ ਅਗਲੀ ਪੀੜ੍ਹੀ 21ਵੀਂ ਸਦੀ ਦੇ ਵਿੱਚ ਜਿਹੜੇ ਬੱਚੇ ਅੱਜ ਪੈਦਾ ਹੋ ਰਹੇ ਨੇ, ਉਹਨਾਂ ਨੂੰ ਅਸੀਂ ਜੇ ਉਹਨਾਂ ਮਜ਼ਹਬੀ ਚੀਜ਼ਾਂ ਦੇ ਵਿੱਚ ਜਾਂ ਜਾਤ ਪਾਤ ਦੇ ਵਿੱਚ ਬੰਨ੍ਹ ਕੇ ਰੱਖਾਂਗੇ ਤੇ ਉਹਨਾਂ ਦਾ ਫਿਊਚਰ ਕੋਈ ਨਹੀਂ ਹੈ, ਉਹਨਾਂ ਦਾ ਭਵਿੱਖ ਕੋਈ ਨਹੀਂ ਹੈ। ਅੱਜ ਉਸ ਬੱਚੇ ਦਾ ਭਵਿੱਖ ਹੈ ਕਿ ਜਿਹੜਾ ਜਾਤਾਂ ਪਾਤਾਂ ਤੋਂ ਬਾਹਰ ਹੈ, ਮਜ਼ਹਬਾਂ ਧਰਮਾਂ 'ਚੋਂ ਬਾਹਰ ਹੈ, ਕੋਈ ਆਪਣੇ ਫਿਰਕਿਆਂ 'ਚੋਂ ਬਾਹਰ ਹੈ, ਆਪਣੇ ਇੱਥੋਂ ਤੱਕ ਇਲਾਕਿਆਂ 'ਚੋਂ ਵੀ ਬਾਹਰ ਹੈ। ਅਸੀਂ ਇਹ ਕਹੀ ਜੇ ਵੀ ਮੈਂ ਭਾਰਤੀ ਹਾਂ ਜੀ, ਬੜੇ ਹਿੰਦੁਸਤਾਨੀ ਹਾਂ, ਤੇ ਇਹਦਾ ਮਤਲਬ ਮੈਂ ਪਾਕਿਸਤਾਨ ਵਾਲਿਆਂ ਨੂੰ ਨਫ਼ਰਤ ਕਰਦਾ ਜਾਂ ਚੀਨ ਵਾਲਿਆਂ ਨੂੰ ਮੈਂ ਨਫ਼ਰਤ ਕਰਦਾ। ਨਹੀਂ, ਮਾਨਵਵਾਦ ਇਹ ਨਹੀਂ ਕਹਿੰਦਾ। ਮਾਨਵਵਾਦ ਕਹਿੰਦੇ ਸਾਰੇ ਦੇਸ਼ ਆਪਣੇ ਨੇ, ਕਿਉਂਕਿ ਜਦੋਂ ਉੱਥੋਂ ਦੇ ਲੋਕ ਜਿਹੜੇ ਨੇ ਉਹ ਹੀ ਸਾਡੇ ਸਾਰੇ ਆਪਣੇ ਨੇ। ਸੋ ਇਹ ਅਸੀਂ ਜਦੋਂ ਨਜ਼ਰੀਆ ਨਾ ਇਹ ਆਪਣੀ ਜ਼ਿੰਦਗੀ 'ਚ ਅਪਣਾਵਾਂਗੇ ਕਿ ਮੇਰੀ ਸੋਚ ਹੀ ਇੰਦਾ ਬਣ ਜਾਊ ਕਿ ਮੈਂ ਸਾਰੇ ਦੁਨੀਆ ਨੂੰ ਇੱਕ ਪਰਿਵਾਰ ਸਮਝਾਂ, ਫਿਰ ਉਹਦੇ ਵਾਸਤੇ ਮੈਂ ਵਰਕ ਕਰਾਂ, ਉਹਨਾਂ ਦੀ ਭਲਾਈ ਵਾਸਤੇ, ਉਹਨਾਂ ਦੀ ਬਿਹਤਰੀ ਵਾਸਤੇ, ਮੈਂ ਫਾਇਦਾ ਦੇਣ ਵਾਸਤੇ। ਔਰ ਉਹਦੇ ਵਿੱਚ ਜ਼ਿਆਦਾ ਇੰਪੋਰਟੈਂਟ ਗੱਲ ਇਹ ਬਣੂਗੀ ਵੀ ਮੈਂ ਫਾਇਦਾ ਤਾਂ ਹੀ ਦੇ ਸਕੂੰ ਜੇ ਮੈਂ ਉਹਦੇ ਕਾਬਿਲ ਹੋਊਂਗਾ। ਕਿਸੇ ਦਾ ਭਲਾ ਤਾਂ ਮੈਂ ਤਾਂ ਹੀ ਕਰ ਸਕਦਾ ਜੇ ਮੈਂ ਉਹ ਭਲਾ ਕਰਨ ਦੇ ਕਾਬਿਲ ਵੀ ਤਾਂ ਬਣਾ ਆਪਣੇ ਆਪ ਨੂੰ। ਔਰ ਇਹਦੇ 'ਚ ਜ਼ਿੰਦਗੀ ਦਾ ਇੱਕ ਮਜ਼ਾ ਆ ਜਾਂਦਾ ਕਿ ਹਰ ਪਲ ਮੈਂ ਆਪਣੇ ਵਿੱਚ ਇੱਕ ਇੰਪਰੂਵਮੈਂਟ ਲਿਆਉਣ ਦੀ ਕੋਸ਼ਿਸ਼ ਕਰਾਂ, ਆਪਣੇ ਆਪ ਨੂੰ ਜ਼ਿਆਦਾ ਸਮਰੱਥ ਬਣਾਉਣ ਦੀ ਕੋਸ਼ਿਸ਼ ਕਰਾਂ। ਜੇ ਅੱਜ ਮੈਂ 75 ਜਾਂ 76 ਸਾਲ ਦਾ ਹੈ ਤਾਂ ਮੈਂ ਵਿਹਲਾ ਨਹੀਂ ਬੈਠਾ ਹੋਇਆ। ਮੈਂ ਹੁਣ ਮੈਂ ਕੋਈ ਨਾ ਕੋਈ ਸਬਜੈਕਟ ਲੈ ਕੇ ਉੱਤੇ ਆਪਣੀ ਕਿਤਾਬ ਲਿਖ ਰਿਹਾ। ਉਹ ਵੀ ਸ਼ੁਰੂ ਕੀਤੀ ਹੈ ਕਿ ਪਾਲੀ ਅਤੇ ਸੰਸਕ੍ਰਿਤ ਦਾ ਆਪਸ ਵਿੱਚ ਕੰਪੈਰੀਜ਼ਨ, ਮੈਨੂੰ ਲੋੜ ਪੈ ਗਈ ਉਹਦੇ। ਇੱਦਾਂ ਹੀ ਨਵੇਂ ਵਿਸ਼ਿਆਂ ਦੇ ਉੱਤੇ ਭਾਵੇਂ ਤੁਸੀਂ ਕਿਤਾਬਾਂ ਲਿਖੋ, ਭਾਵੇਂ ਤੁਸੀਂ ਆਪਣੀ ਸਿਹਤ ਵਰਜਿਸ਼ ਕਰੋ, ਭਾਵੇਂ ਤੁਸੀਂ ਆਪਣਾ ਬਿਜ਼ਨਸ ਚਲਾਓ, ਚੰਗਾ ਬਿਜ਼ਨਸ ਚਲਾ ਕੇ, ਇਮਾਨਦਾਰੀ ਨਾਲ ਬਿਜ਼ਨਸ ਚਲਾ ਕੇ ਉਹਦੇ ਵਿੱਚ ਸੇਵਿੰਗ ਕਰਕੇ ਉਹ ਲੋੜਵੰਦਾਂ ਦੀ ਮਦਦ ਕਰਦੇ ਹੋ। ਸੋ ਇਹ ਜੀਵਨ ਜਾਚ ਦਾ ਮਤਲਬ ਇਹ ਹੈ ਕਿ ਜਿਹੜੀਆਂ ਗੱਲਾਂ ਆਪਾਂ ਲੋਕਾਂ ਨੂੰ ਸਿਖਾ ਰਹੇ ਹਾਂ, ਦੱਸ ਰਹੇ ਹਾਂ ਮਾਨਵਵਾਦ ਬਾਰੇ, ਉਹਨਾਂ ਤੋਂ ਪਹਿਲਾਂ ਆਪ ਚੱਲੀਏ, ਉਹਨਾਂ 'ਤੇ ਚੱਲ ਕੇ ਮਾਡਲ ਬਣੀਏ, ਸੁਸਾਇਟੀ 'ਚ ਮਾਡਲ ਬਣ ਕੇ ਹੋਰਨਾਂ ਲੋਕਾਂ ਨੂੰ ਮਾਨਵਵਾਦ ਬਾਰੇ ਉਤਸ਼ਾਹਿਤ ਕਰੀਏ, ਉਹਨਾਂ ਨੂੰ ਪ੍ਰੇਰਨਾ ਦਈਏ ਤੇ ਫਿਰ ਉਹ ਮਾਨਵਵਾਦ ਵਾਲੇ ਰਸਤੇ 'ਤੇ ਲਾਈਏ। ਇਹ ਹੈ ਜੀਵਨ ਜਾਚ। ਸੋ ਸਾਡਾ ਇਹ ਜਿਹੜਾ ਮਾਨਵਵਾਦ ਪ੍ਰੋਗਰਾਮ ਆ ਇਸੇ ਤਰ੍ਹਾਂ ਜਾਰੀ ਰਹੂਗਾ। ਵੱਖ-ਵੱਖ ਜਿਹੜੇ ਹੈਗੀਆਂ ਤੁਹਾਨੂੰ ਐਪੀਸੋਡਾਂ ਦੇ ਵਿੱਚ ਡਾਕਟਰ ਇਕਬਾਲ ਸਿੰਘ ਹੋਰਾਂ ਤੋਂ ਜਿਹੜੀ ਮਾਨਵਵਾਦ ਦੀ ਜਿਹੜੀ ਗੱਲਬਾਤ ਸਾਡੀ ਇੱਦਾਂ ਇਸ ਤਰ੍ਹਾਂ ਹੀ ਚੱਲਦੀ ਰਹੂਗੀ। ਅੱਜ ਲਈ ਬਸ ਇੰਨਾ ਹੀ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।